ਧੰਨ ਗੁਰੂ ਗ੍ਰੰਥ ਸਾਹਿਬ ਜੀ ਕੀ ਬਾਣੀ ਦੀਆਂ ਲੜੀਵਾਰ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਗੁਰੂ ਦਰਬਾਰ ਅੰਦਰ ਜੁੜ ਕਰਕੇ ਔਰ ਆਪਣੇ ਆਪਣੇ ਘਰਾਂ ਵਿੱਚ ਬੈਠ ਕਰਕੇ ਇਸ ਸਥਾਨ ਤੋਂ ਸਰਵਣ ਕਰਦੀਆਂ ਹੋ ਉਹ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਨੂੰ ਆਰੰਭਣ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਮਿਹਰ ਭਰਿਆ ਹੱਥ ਸਿਰ ਤੇ ਰੱਖਣ। ਸਤਿਗੁਰੂ ਜੀ ਆਪ ਰਸਨਾ ਉੱਤੇ ਵਰਤ ਕੇ ਆਪਣੀ ਬਾਣੀ, ਆਪਣੇ ਸ਼ਬਦ ਦੀ ਵਿਚਾਰ ਆਪ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਬਖਸ਼ੋ ਅਸੀਸ। ਕੋਈ ਰਸਨਾ ਵਾਂਝੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਦਿਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾ ਪਵਿੱਤਰ ਔਰ ਮਿਲ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਚੌਥਾ। ਭਾਈ ਰੇ ਮਿਲ ਸੱਜਣ ਹਰ ਗੁਣ ਸਾਰ, ਸੱਜਣ ਸਤਿਗੁਰ ਪੁਰਖ ਹੈ, ਦੁਖ ਕੱਢੈ ਹਉਮੈ ਮਾਰ ਰਹਾਉ। ਜਿਸ ਪਾਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਅਦਬ ਪਿਆਰ ਸਤਿਕਾਰ ਦੇ ਨਾਲ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ, ਇਹ ਪਾਵਨ ਬਚਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਸ੍ਰੀ ਰਾਗ ਦੇ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਵਨ ਅੰਗ 41 ਦੇ ਉੱਪਰ ਸੁਭਾਇਮਾਨ ਹੈ। ਅੱਜ ਦੇ ਇਹਨਾਂ ਪਾਵਨ ਬਚਨਾਂ ਦੇ ਰਾਹੀਂ ਜੋ ਸਤਿਗੁਰੂ ਜੀ ਉਪਦੇਸ਼ ਦੇ ਰਹੇ ਨੇ, ਜੋ ਸਿੱਖਿਆ ਮਾਲਕ ਪਾਤਸ਼ਾਹ ਦੇ ਰਹੇ ਨੇ, ਉਹਦੇ ਵਿੱਚ ਸਤਿਗੁਰੂ ਜੀ ਨੇ ਜ਼ਿਕਰ ਕਰਦਿਆਂ ਹੋਇਆਂ ਸਭ ਤੋਂ ਪਹਿਲਾਂ ਸੰਬੋਧਨ ਕੀਤਾ ਔਰ ਸੰਬੋਧਨ ਕਰਦਿਆਂ ਹੋਇਆਂ ਮਾਲਕ ਜੀ ਰੱਬ ਦੇ ਗੁਣਾਂ ਦੀ ਸੰਭਾਲ ਕਰਨ ਵਾਸਤੇ ਆਖਦੇ ਨੇ। ਰੱਬ ਦੇ ਗੁਣਾਂ ਦੀ ਸੰਭਾਲ ਕਰਨ ਤੋਂ ਭਾਵ ਰੱਬ ਦੇ ਗੁਣਾਂ ਨੂੰ ਚੇਤੇ ਕਰਨ ਵਾਸਤੇ ਆਖਦੇ ਨੇ। ਕੇਵਲ ਰੱਬ ਦੇ ਗੁਣਾਂ ਨੂੰ ਚੇਤੇ ਕਰਨ ਲਈ ਨਹੀਂ, ਨਾਲ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਕਿ ਸੱਜਣ ਦੇ ਨਾਲ ਮਿਲ ਕੇ, ਮਿੱਤਰ ਨਾਲ ਮਿਲ ਕੇ ਰੱਬ ਜੀ ਦੇ ਗੁਣਾਂ ਦੀ ਸੰਭਾਲ ਕਰ। ਭਾਈ ਰੇ ਮਿਲ ਸੱਜਣ ਹਰ ਗੁਣ ਸਾਰ। ਹੇ ਭਾਈ, ਸੱਜਣ ਨੂੰ ਮਿਲ, ਮਿੱਤਰ ਨੂੰ ਮਿਲ ਤੇ ਮਿਲ ਕੇ ਹਰ ਗੁਣ ਸਾਰ ਰੱਬ ਦੇ ਗੁਣਾਂ ਦੀ ਸੰਭਾਲ ਕਰ।
ਫਿਰ ਰੱਬ ਦੇ ਗੁਣਾਂ ਦੀ ਸੰਭਾਲ ਕਰਨ ਦੀ ਬਾਤ ਤੇ ਸਮਝ ਆ ਰਹੀ ਹੈ ਵੀ ਅਸੀਂ ਰੱਬ ਨੂੰ ਚੇਤੇ ਕਰਨਾ ਹੈ, ਰੱਬ ਨੂੰ ਸੰਭਾਲਣਾ ਹੈ। ਸਵਾਲ ਇਹ ਖੜਾ ਹੈ ਵੀ ਐਸਾ ਕਿਹੜਾ ਸੱਜਣ ਹੈ ਜਿਹੜਾ ਰੱਬ ਨਾਲ ਜੁੜੇਗਾ, ਜਿਹੜਾ ਰੱਬ ਨਾਲ ਜੁੜੇਗਾ ਤੇ ਜਿਹੜਾ ਆਪ ਰੱਬ ਦੇ ਗੁਣਾਂ ਦੀ ਸੰਭਾਲ ਕਰਦਾ ਹੋਵੇਗਾ ਉਹੀ ਸਾਂਭਣ ਵਾਸਤੇ ਆਖੇਗਾ। ਸੁਭਾਵਿਕ ਜਿਹੀ ਗੱਲ ਹੈ। ਜੇ ਅਸੀਂ ਕਿਸੇ ਨਾਲ ਸੱਜਣਤਾਈ ਰੱਖ ਰਹੇ ਹਾਂ ਜਾਂ ਸੱਜਣਤਾਈ ਕੀਤੀ ਹੈ, ਉਹਦੀ ਸੱਜਣਤਾਈ ਦੇ ਨਾਲ ਨਾਲ ਉਹਦੇ ਪ੍ਰਭਾਵ ਵੀ ਕਬੂਲਣੇ ਪੈਣਗੇ। ਸੁਭਾਵਿਕ ਜਿਹੀ ਗੱਲ ਹੈ। ਸੱਜਣਤਾਈ ਹੁੰਦੀ ਉਸ ਵਕਤ ਹੈ ਜਦੋਂ ਜੀਵ ਉਹਦੇ ਪ੍ਰਭਾਵ ਕਬੂਲ ਲੈਂਦਾ, ਮਿੱਤਰਤਾਈ ਪੈਂਦੀ ਉਦੋਂ ਹੈ। ਹੁਣ ਸਤਿਗੁਰੂ ਰਾਮਦਾਸ ਸਾਹਿਬ ਕਹਿੰਦੇ ਵੀ ਸੱਜਣ ਦੇ ਨਾਲ ਮਿਲ ਕੇ ਰੱਬ ਦੇ ਗੁਣਾਂ ਦੀ ਸੰਭਾਲ ਕਰ। ਹੁਣ ਸੱਜਣ ਸਾਡਾ ਹੋਵੇ ਰੱਬ ਤੋਂ ਟੁੱਟਿਆ ਤੇ ਅਸੀਂ ਸੰਭਾਲ ਕਿਵੇਂ ਕਰ ਲਾਂਗੇ? ਜੇ ਅਸੀਂ ਸੱਜਣ ਬਣਾਈਏ, ਮਿੱਤਰ ਬਣਾਈਏ, ਤੇ ਸਾਡਾ ਮਿੱਤਰ ਹੋਵੇ ਰੱਬ ਨਾਲੋਂ ਟੁੱਟਿਆ ਹੋਇਆ, ਉਹਨੇ ਆਪ ਕਦੇ ਰੱਬ ਦੇ ਗੁਣਾਂ ਦੀ ਸੰਭਾਲ ਕੀਤੀ ਨਾ ਹੋਵੇ, ਉਹ ਸਾਨੂੰ ਕਿਵੇਂ ਪ੍ਰੇਰਿਤ ਕਰ ਦੇਗਾ ਵੀ ਸੱਜਣਾ ਜਾ ਰੱਬ ਦੇ ਗੁਣਾਂ ਦੀ ਸੰਭਾਲ ਕਰ? ਉਹ ਤੇ ਕਦੇ ਵੀ ਨਹੀਂ ਪ੍ਰੇਰਿਤ ਕਰੇਗਾ। ਜਿਹੜਾ ਆਪ ਜੁੜਿਆ ਹੋਏਗਾ ਉਹੀ ਜੋੜੇਗਾ, ਜਿਹੜਾ ਆਪ ਨਹੀਂ ਜੁੜਿਆ ਉਹ ਸਾਨੂੰ ਜੁੜਨ ਨਹੀਂ ਦੇਗਾ। ਇਸੇ ਕਰਕੇ ਸਤਿਗੁਰੂ ਜੀ ਬਾਣੀ ਅੰਦਰ ਜ਼ਿਕਰ ਕਰਦਿਆਂ ਹੋਇਆਂ ਇੱਕ ਵਾਰ ਨਹੀਂ ਬੜੀ ਵਾਰ ਸਤਿਗੁਰੂ ਜੀ ਇਸ ਬਾਤ ਨੂੰ ਸਮਝਾਉਂਦੇ ਨੇ ਕਿ ਆਪਣੇ ਜੀਵਨ ਅੰਦਰ ਜਦੋਂ ਮਿੱਤਰ ਤੇ ਸੱਜਣ ਬਣਾਉਣ ਦੀ ਵਾਰੀ ਆਏ ਉਦੋਂ ਆਪਣੀ ਵਿਵੇਕਤਾ ਤੋਂ ਕੰਮ ਅਸੀਂ ਜ਼ਰੂਰ ਲਈਏ। ਉਸ ਵਕਤ ਇੰਨਾ ਕਿਤੇ ਖਿਆਲ ਰੱਖੀਏ, ਮਨ ਮੁੱਖਾਂ ਨਾਲੋਂ ਟੁੱਟੀ ਭਲੀ ਜਿਨ ਮਾਇਆ ਮੋਹ ਪਿਆਰ। ਇੰਨਾ ਕਿਤੇ ਖਿਆਲ ਅਸੀਂ ਉਸ ਵਕਤ ਰੱਖੀ ਕਰਨ ਲੱਗਿਆਂ, ਸੰਬੰਧ ਬਣਾਉਣ ਲੱਗਿਆਂ, ਇੰਨਾ ਕਿਤੇ ਖਿਆਲ ਰੱਖ ਮਨ ਮੁੱਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ, ਵੇਖਦਿਆਂ ਹੀ ਭੱਜ ਜਾਣ ਕਦੇ ਨਾ ਪਾਇਣ ਬੰਧ, ਜਿਚਰ ਪਹਿਨਣ ਖਾਵਣੇ ਤਿਚਰ ਰੱਖਣ ਗੰਢ, ਜਿਤ ਦਿਨ ਕਿਛੂ ਨਾ ਹੋਵਈ ਤਿਤ ਦਿਨ ਬੋਲਣ ਗੰਧ। ਸਤਿਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਮਨਮੁਖ ਸਿਉ ਕਰ ਦੋਸਤੀ ਸੁਖ ਕੇ ਪੁੱਛੈ ਮਿਤ। ਫਿਰ ਚਾਹੀਦਾ ਕੀ ਹੈ? ਕਰਨੀ ਤੇ ਮਿੱਤਰਤਾ ਹੀ ਹੈ, ਰੱਬ ਦੇ ਗੁਣਾਂ ਦੀ ਸੰਭਾਲ ਕਰਨੀ। ਗੁਰੂ ਰਾਮਦਾਸ ਸਾਹਿਬ ਕਹਿੰਦੇ ਰੱਬ ਦੇ ਗੁਣਾਂ ਦੀ ਸਾਂਭ ਕਰ। ਫਿਰ ਮਾਲਕ ਦੱਸਦੇ ਨੇ ਵੀ ਰੱਬ ਦੇ ਗੁਣਾਂ ਦੀ ਸੰਭਾਲ ਕਰਨ ਲਈ ਕੀ ਕਰਨਾ ਪਏਗਾ। ਗੁਰਮੁਖ ਸਿਉ ਕਰ ਦੋਸਤੀ ਸਤਿਗੁਰ ਸਿਉ ਲਾਏ ਚਿਤ। ਮਿੱਤਰਤਾਈ ਕਰ, ਪਰ ਕਿਹਦੇ ਨਾਲ? ਗੁਰਮੁਖ ਨਾਲ। ਜਦੋਂ ਗੁਰਮੁਖ ਨਾਲ ਮਿੱਤਰਤਾਈ ਹੋਏਗੀ ਜਾਂ ਮਿੱਤਰਤਾਈ ਗੁਰਮੁਖ ਨਾਲ ਬਣੇਗੀ, ਸਾਹਿਬ ਕਹਿੰਦੇ ਚਿੱਤ ਗੁਰੂ ਨਾਲ ਜੁੜੇਗਾ, ਚਿੱਤ ਗੁਰੂ ਨਾਲ ਜੁੜੇਗਾ। ਤੇ ਆਪਣੇ ਆਪੇ ਨੂੰ ਜੋੜਨਾ ਹੀ ਕੀ ਹੈ? ਗੁਣਾਂ ਦੀ ਸੰਭਾਲ ਕਰਨਾ। ਅੱਜ ਦਾ ਪਾਵਨ ਬਚਨ ਰਹਾਉ ਦੀ ਪੰਕਤੀ ਚ ਕਹਿ ਰਹੇ ਭਾਈ ਰੇ, ਹੇ ਭਾਈ ਮਿਲ ਸੱਜਣ, ਸੱਜਣ ਨੂੰ ਮਿਲ, ਹਰ ਗੁਣ ਸਾਰ, ਉਹਨੂੰ ਮਿਲ ਕੇ ਤੇ ਫਿਰ ਸਾਰ ਦਾ ਮਤਲਬ ਸੰਭਾਲ ਕਰਨਾ, ਸਾਂਭਣਾ। ਰੱਬ ਦੇ ਗੁਣਾਂ ਦੀ ਸੰਭਾਲ ਕਰ। ਔਰ ਜਦੋਂ ਸਤਿਗੁਰੂ ਜੀ ਦੀ ਬਾਣੀ ਪੜ੍ਹਦੇ ਆ, ਮਾਲਕ ਜੀ ਬਾਣੀ ਵਿੱਚ ਜ਼ਿਕਰ ਕਰਦੇ ਆ, ਇੱਕ ਥਾਂ ਤੇ ਬੜਾ ਪਿਆਰਾ ਉਪਦੇਸ਼ ਬਖਸ਼ਦੇ, ਜਿੱਥੇ ਸਤਿਗੁਰੂ ਜੀ ਜਦੋਂ ਸੱਜਣ ਦੀ ਗੱਲ ਕਰਦੇ, ਮਿੱਤਰ ਦੀ ਗੱਲ ਕਰਦੇ, ਤੇ ਗੁਰੂ ਸਾਹਿਬ ਜੀ ਨੇ ਨਾ ਜ਼ਿਕਰ ਕਰਦੇ ਆ ਆਖਿਆ ਵੀ ਤੇਰਾ ਮਿੱਤਰ, ਤੇਰਾ ਸੱਜਣ ਜਿਹੜਾ ਹੈ ਨਾ, ਉਹ ਐਸਾ ਬਣਾਈ ਜਿਹੜਾ ਮਿਲ ਕੇ ਮੁੜ ਕੇ ਤੇਰੇ ਨਾਲੋਂ ਕਦੇ ਵਿਛੜੇ ਨਾ। ਇਹ ਨਾ ਹੋਵੇ
ਤੇਰਾ ਬਣਾਇਆ ਹੋਇਆ ਸੱਜਣ 4 ਕੁ ਦਿਨਾਂ ਦਾ ਹੋਵੇ ਤੇ 4 ਕੁ ਦਿਨਾਂ ਬਾਅਦ ਉਹ ਸੱਜਣ ਤੇਰੇ ਤੋਂ ਵਿਛੋੜਾ ਪਾ ਜਾਏ ਤੇ ਵਿਛੜ ਜਾਏ। ਔਰ ਸਤਿਗੁਰੂ ਜੀ ਉੱਥੇ ਜ਼ਿਕਰ ਕਰਦੇ ਆ, ਆਖਦੇ ਕਹਿੰਦੇ ਸੱਜਣ ਮਿਲੇ ਨਾ ਵਿਛੁੜੈ, ਆਪਣੇ ਜੀਵਨ ਵਿੱਚ ਖਿਆਲ ਰੱਖ। ਅਸਲ ਵਿੱਚ ਸੱਜਣ ਉਹ ਹੈ ਜਿਹੜਾ ਇੱਕ ਵਾਰੀ ਮਿਲ ਤੇ ਜਾਏ ਪਰ ਮੁੜ ਕੇ ਕਦੇ ਵਿਛੜੇ ਨਾ। ਔਰ ਜਿਹੜੇ ਤੇ ਮਿੱਤਰਾਂ ਦੀ ਅਸੀਂ ਗੱਲ ਕਰਦੇ ਆ ਜਾਂ ਜਿੰਨੀ ਕੁ ਸਾਡੀ ਸੁਰਤ ਨੇ ਮਤ ਨੇ ਜਿੰਨਾ ਕੁ ਵਿਸ਼ਾਲਤਾ ਹਾਸਲ ਕੀਤੀ ਧਾਰਨ ਕੀਤੀ, ਅਸੀਂ ਮਿੱਤਰ ਬਹੁਤ ਬਣਾਏ, ਬੜੇ ਮਿੱਤਰਾਂ ਦੇ ਨਾਲ ਸੰਬੰਧ ਜੋੜੇ, ਪਰ ਉਹ ਸਾਰੇ 4 ਕੁ ਦਿਨਾਂ ਵਾਲੇ ਹੀ ਨੇ। 4 ਕੁ ਦਿਨ ਨੌਬਤ ਵਜਾਉਂਦੇ ਨੇ, 4 ਕੁ ਦਿਨਾਂ ਬਾਅਦ ਨੌਬਤ ਵੱਜੀ ਤੇ ਮੁੜ ਕੇ ਖਤਮ ਹੋ ਗਿਆ ਸਾਰਾ ਕੁਝ ਹੀ। ਔਰ ਚੇਤੇ ਰੱਖੀਏ ਬਹੁਤ ਵਿਰਲੇ ਨੇ ਕਿ ਜਿਨ੍ਹਾਂ ਸੱਜਣਾ ਨਾਲ ਸੱਜਣਤਾਈ ਤੇ ਹੈ, ਪਰ ਉਹ ਸੱਜਣਤਾਈ ਹੋਣ ਦੇ ਨਾਲ ਨਾਲ ਅਸੀਂ ਰੱਬ ਦੇ ਗੁਣਾਂ ਦੀ ਸਾਂਭ ਕਰਦੇ ਹੋਈਏ। ਬੜੇ ਵਿਰਲੇ ਹੋਣਗੇ। ਇੱਕ ਖਿਆਲ ਤੇ ਆਪਣੇ ਮਨਾਂ ਵਿੱਚ ਪੱਕਾ ਰੱਖ ਲਈਏ, ਸੰਸਾਰਕ ਤਲ ਤੇ ਜਿਉਣ ਵਾਲੇ ਆ ਮਿੱਤਰ ਵੀ ਸੰਸਾਰਕ ਤਲ ਵਾਲੇ ਹੀ ਨੇ। ਤੇ ਜੇ ਮਿੱਤਰ ਸੰਸਾਰਕ ਤਲ ਵਾਲੇ ਨੇ ਤੇ ਫਿਰ ਸੰਸਾਰਕ ਤਲ ਤੋਂ ਉੱਤੇ ਵਾਲੀ ਵਿਚਾਰ ਜਾਂ ਸੰਸਾਰਕ ਤਲ ਤੋਂ ਪਾਸੇ ਹੋ ਕੇ ਰੱਬ ਦੇ ਗੁਣਾਂ ਦੀ ਸੰਭਾਲ ਕਰਨ ਵਾਲਾ ਕੋਈ ਟਾਵਾਂ ਹੀ ਹੋਏਗਾ। ਸੰਸਾਰਕ ਤਲ ਤੇ ਜਿਉਣ ਵਾਲੇ ਆ, ਹੁਣ ਉਹ ਜਿਸ ਤਲ ਤੇ ਜਿਉ ਰਹੇ ਆ ਸੁਭਾਵਿਕ ਜਿਹੀ ਗੱਲ ਹੈ, ਵਿਚਾਰਧਾਰਾ ਵੀ ਉਸੇ ਤਲ ਦੀ ਹੋਏਗੀ। ਜੇ ਸਾਡੀ ਵਿਚਾਰਧਾਰਾ ਸੰਸਾਰਕ ਤਲ ਦੀ ਹੈ, ਅਸਲ ਵਿੱਚ ਖਿਆਲ ਰੱਖਿਓ ਮਿੱਤਰਤਾਈ ਕਦੇ ਵੀ ਆਪਣੀਆਂ ਵਿਚਾਰਾਂ ਦੇ ਵਿਰੁੱਧ ਵਾਲੀਆਂ ਵਿਚਾਰਾਂ ਨਾਲ ਨਹੀਂ ਹੋਈ, ਕਦੇ ਵੀ ਨਹੀਂ ਹੋਈ। ਜਦੋਂ ਵੀ ਸੰਬੰਧ ਜੁੜਦਾ ਹੈ, ਜਦੋਂ ਵੀ ਮਿੱਤਰਤਾਈ ਪੈਂਦੀ ਹੈ, ਉਦੋਂ ਉਸੇ ਨਾਲ ਹੀ ਬਣਦੀ ਹੈ ਜਿਹਦੇ ਨਾਲ ਵਿਚਾਰਾਂ ਦਾ ਮੇਲ ਹੋ ਜਾਏ, ਮਿੱਤਰਤਾਈ ਬਣ ਜਾਂਦੀ ਹੈ। ਕਈ ਵਾਰ ਆਪਾਂ ਵੇਖਦੇ ਹਾਂ ਵੀ ਕਿਸੇ ਪਰਸਨ ਨੂੰ ਆਪਾਂ ਪਹਿਲੀ ਵਾਰ ਮਿਲੇ, ਪਹਿਲੀ ਵਾਰ ਮਿਲਦਿਆਂ ਹੀ ਉਹਦੇ ਨਾਲ ਮਿੱਤਰਤਾਈ ਬਣ ਗਈ, ਸੰਬੰਧ ਬਣ ਗਿਆ। ਕਾਰਨ ਉਹਦੇ ਨਾਲ ਸੋਚ ਮਿਲ ਗਈ, ਸਾਡੀ ਵਿਚਾਰਧਾਰਾ ਮਿਲ ਗਈ, ਅਸੀਂ ਮਿੱਤਰ ਬਣ ਗਏ। ਤੇ ਕਈ ਵਾਰ ਕਈ ਮਨੁੱਖਾਂ ਨੂੰ ਅਸੀਂ ਬਹੁਤ ਵਾਰ ਮਿਲ ਚੁੱਕੇ ਹਾਂ, ਬੜੀ ਵਾਰ ਉਹਨਾਂ ਦੇ ਨਾਲ ਸਫ਼ਰ ਵੀ ਤੈਅ ਕਰ ਚੁੱਕੇ, ਪਰ ਸੰਬੰਧ ਅਜੇ ਤੱਕ ਨਹੀਂ ਬਣਿਆ, ਮਿੱਤਰਤਾਈ ਅਜੇ ਤੱਕ ਨਹੀਂ ਬਣੀ। ਕਾਰਨ ਸੋਚ ਨਹੀਂ ਮਿਲੀ। ਅਕਸਰ ਮਿੱਤਰਤਾਈ ਉਦੋਂ ਹੀ ਹੁੰਦੀ ਹੈ ਜਦੋਂ ਸੋਚ ਮਿਲ ਜਾਏ, ਸੁਮੇਲ ਹੋ ਜਾਏ। ਔਰ ਜੇ ਅਸੀਂ ਚਾਹੁੰਦੇ ਆ ਕਿ ਸਾਡੇ ਜੀਵਨ ਵਿੱਚ ਮਿੱਤਰ ਚੰਗੇ ਹੋਣ, ਚੰਗੇ ਮਿੱਤਰ ਲੱਭਣ ਦੀ ਲੋੜ ਨਹੀਂ, ਆਪਣੇ ਆਪ ਨੂੰ ਚੰਗਾ ਬਣਾਉਣ ਦੀ ਲੋੜ ਹੈ। ਜੇ ਅਸੀਂ ਚੰਗੇ ਹੋਵਾਂਗੇ ਸਾਡੇ ਮਿੱਤਰ ਵੀ ਭਲੇ ਹੀ ਹੋਣਗੇ, ਵਿਚਾਰ ਸੇਮ ਹੋਣਗੇ। ਤੇ ਜੇ ਅਸੀਂ ਹੁਣ ਇਹ ਆਖੀਏ ਜੀ ਮੈਂ ਤੇ ਮਾੜਾ ਰਹੀ ਜਾਵਾਂ ਪਰ ਮੇਰੇ ਮਿੱਤਰ ਚੰਗੇ ਹੋਣ, ਵਿਚਾਰਧਾਰਾ ਕਿਵੇਂ ਮਿਲ ਜਾਏਗੀ? ਮਿੱਤਰ ਚੰਗਾ ਹੋ ਹੀ ਨਹੀਂ ਸਕਦਾ। ਤੇ ਜੇ ਚਾਹੁੰਦੇ ਆ ਵੀ ਹੁਣ ਅਸੀਂ ਸੰਸਾਰਕ ਤਲ ਤੇ ਰਹੀਏ, ਵੀ ਮੈਂ ਗੱਲਾਂ ਕਰਾਂ ਸੰਸਾਰ ਦੀਆਂ ਤੇ ਮੇਰੇ ਮਿੱਤਰ ਗੱਲਾਂ ਕਰਨ ਨਿਰੰਕਾਰ ਦੀਆਂ, ਕਿਵੇਂ ਹੋ ਸਕਦਾ ਹੈ? ਜੇ ਮੈਂ ਸੰਸਾਰ ਦੀਆਂ ਗੱਲਾਂ ਕਰਦਾ ਤੇ ਸੁਭਾਵਿਕ ਜਿਹੀ ਗੱਲ ਹੈ ਮੇਰੇ ਮਿੱਤਰ ਵੀ ਸੰਸਾਰ ਦੀਆਂ ਹੀ ਗੱਲਾਂ ਕਰਨਗੇ, ਤਾਂ ਹੀ ਮਿੱਤਰਤਾ ਹੋਏਗੀ। ਜੇ ਸੋਚ ਇੱਕ ਹੋਏਗੀ ਤੇ ਹੁਣ ਇੱਕ ਬੰਦਾ ਸੰਸਾਰ ਦੀਆਂ ਗੱਲਾਂ ਕਰੀ ਜਾਏ ਤੇ ਮਿੱਤਰ ਉਹਦਾ ਆ ਕੇ ਆਖੇ ਵੀ ਨਹੀਂ ਆਪਾਂ ਨਿਰੰਕਾਰ ਦੀਆਂ ਬਾਤਾਂ ਕਰਾਂਗੇ, ਇਹ ਕਿਵੇਂ ਹੋ ਸਕਦਾ ਹੈ? ਜਿੱਥੇ ਨਿਰੰਕਾਰ ਦੀਆਂ ਬਾਤਾਂ ਹੋਣਗੀਆਂ ਉੱਥੇ ਸਾਰੇ ਮਿੱਤਰ ਨਿਰੰਕਾਰ ਦੀਆਂ ਬਾਤਾਂ ਵਾਲੇ ਹੋਣਗੇ, ਤੇ ਜਿੱਥੇ ਸੰਸਾਰ ਦੀ ਬਾਤ ਹੈ ਉੱਥੇ ਸਾਰੇ ਹੀ ਸੰਸਾਰਕ ਮਤ ਵਾਲੇ ਹੋਣਗੇ। ਸਾਹਿਬ ਜੀ ਨੇ ਇਸੇ ਕਰਕੇ ਆਖਿਆ ਕਿ ਸਭ ਤੋਂ ਪਹਿਲਾਂ ਤੂੰ ਆਪਣੇ ਜੀਵਨ ਅੰਦਰ ਸੱਜਣ ਦੀ ਭਾਲ ਕਰ, ਉਹ ਸੱਜਣ ਦੀ ਭਾਲ ਕਰ, ਉਸ ਮਿੱਤਰ ਦੀ ਭਾਲ ਕਰ
ਜਿਸ ਮਿੱਤਰ ਨੂੰ ਮਿਲ ਕੇ ਤੈਨੂੰ ਰੱਬ ਚੇਤੇ ਰਵੇ ਤੇ ਤੂੰ ਰੱਬ ਦੇ ਗੁਣਾਂ ਦੀ ਸੰਭਾਲ ਕਰ ਸਕੇ, ਮਨੁੱਖਾ ਐਸੇ ਮਿੱਤਰ ਦੀ ਤਲਾਸ਼ ਕਰ। ਫਿਰ ਸਤਿਗੁਰੂ ਜੀ ਨੂੰ ਪੁੱਛਿਆ ਵੀ ਮਾਲਕ ਜੀ ਐਸਾ ਮਿੱਤਰ ਲੱਭਣਾ ਸਾਡੇ ਵੱਸ ਵਿੱਚ ਕਿੱਥੇ, ਸਾਨੂੰ ਕੀ ਪਤਾ ਕਿਸੇ ਦੀ ਕੈਸੀ ਮੱਤ ਹੈ ਜਾਂ ਕੋਈ ਕੈਸਾ ਹੈ, ਕੋਈ ਸਾਥ ਨਿਭਾਉਣ ਵਾਲਾ ਹੈ ਜਾਂ ਨਹੀਂ ਹੈ। ਮਾਲਕਾ ਅਸੀਂ ਤੇ ਕੇਵਲ ਸੰਸਾਰਕ ਤਲ ਤੇ ਸੋਚਾਂਗੇ, ਜੇ ਮਿੱਤਰ ਲੱਭਣ ਦੀ ਵਾਰੀ ਆਵੇਗੀ ਵੀ ਤੇ ਅਸੀਂ ਮਿੱਤਰ ਲੱਭਣ ਲੱਗਿਆਂ ਸੰਸਾਰਕ ਤਲ ਰੱਖ ਕੇ ਹੀ ਸੋਚਾਂਗੇ। ਤੁਸੀਂ ਆਪ ਕਿਰਪਾ ਕਰਕੇ ਦੱਸੋ ਕਿ ਕਿਹੜਾ ਮਿੱਤਰ ਹੈ ਜਿਹੜਾ ਸਾਡੇ ਨਾਲ ਮਿੱਤਰਤਾਈ ਪਾਵੇ ਤੇ ਅਸੀਂ ਗੁਣਾਂ ਦੀ ਸੰਭਾਲ ਕਰਨ ਲੱਗ ਜਾਈਏ, ਪਰਮੇਸ਼ਵਰ ਨੂੰ ਚੇਤੇ ਕਰਨ ਲੱਗ ਜਾਈਏ। ਫਿਰ ਦੱਸਿਆ ਸੱਜਣ ਸਤਿਗੁਰ ਪੁਰਖ ਹੈ, ਦੁੱਖ ਕੱਢੈ ਹਉਮੈ ਮਾਰ। ਕਹਿੰਦੇ ਸੱਜਣ ਉਹ ਹੈ, ਸਤਿਗੁਰ ਪੁਰਖ ਹੈ, ਜਿਹੜਾ ਗੁਣਾਂ ਦੀ ਸੰਭਾਲ ਕਰਨ ਦੀ ਜਾਚ ਤੇ ਦੱਸਦਾ ਹੀ ਦੱਸਦਾ ਤੇ ਸਭ ਤੋਂ ਪਹਿਲੋਂ ਕਾਰਨ ਦੱਸਦਾ ਵੀ ਤੂੰ ਅਜੇ ਤੱਕ ਗੁਣਾਂ ਦੀ ਸਾਂਭ ਕਿਉਂ ਨਹੀਂ ਕਰ ਸਕਿਆ। ਸਭ ਤੋਂ ਪਹਿਲਾਂ ਉਹ ਕਾਰਨ ਦੱਸਦਾ ਵੀ ਤੂੰ ਅਜੇ ਤੱਕ ਆਪਣੇ ਜੀਵਨ ਅੰਦਰ ਰੱਬ ਦੇ ਗੁਣਾਂ ਦੀ ਸੰਭਾਲ ਕਿਉਂ ਨਹੀਂ ਕਰ ਸਕਿਆ। ਜਦੋਂ ਕਾਰਨ ਦੱਸਦੇ ਨੇ ਫਿਰ ਕੀ ਪਤਾ ਲੱਗਦਾ ਕਿ ਮੇਰੇ ਅੰਦਰ ਤੇ ਹਉਮੈ ਦਾ ਬੜਾ ਵੱਡਾ ਦੁੱਖ ਸੀ, ਜਿਹੜਾ ਅਜੇ ਤੱਕ ਰੱਬ ਦੇ ਗੁਣਾਂ ਦੀ ਸਾਂਭ ਮੈਨੂੰ ਕਰਨ ਨਹੀਂ ਸੀ ਦਿੰਦਾ, ਨਹੀਂ ਸੀ ਸਾਂਭਣ ਦਿੰਦਾ ਰੱਬ ਦੇ ਗੁਣ। ਹਉਮੈ ਦਾ ਦੁੱਖ ਹੀ ਏਡਾ ਵੱਡਾ ਹੈ। ਹਉਮੈ ਦਾ ਜਿਹੜੀ ਅਹੰਕਾਰ ਦੀ ਬਾਤ ਸੀ, ਹੰਕਾਰ ਦਾ ਜਿਹੜਾ ਅੰਦਰ ਵੱਡਾ ਪਲੰਦਾ ਮੈਂ ਚੁੱਕ ਕੇ ਬੈਠਾ ਸਾਂ, ਉਹ ਅਹੰਕਾਰ ਦਾ ਪਲੰਦਾ ਅੱਜ ਤੱਕ ਮੈਨੂੰ ਰੱਬ ਦੇ ਗੁਣਾਂ ਦੀ ਸਾਂਭ ਕਰਨ ਵਾਲੇ ਪਾਸੇ ਉਹਨੇ ਆਉਣ ਹੀ ਨਹੀਂ ਦਿੱਤਾ। ਜਦੋਂ ਵੀ ਤੁਰਨਾ ਉਦੋਂ ਹੀ ਰੁਕਾਵਟ ਬਣ ਜਾਣੀ। ਜਦੋਂ ਵੀ ਰੱਬ ਦੇ ਗੁਣਾਂ ਨੂੰ ਚੇਤੇ ਕਰਨ ਵਾਲੇ ਪਾਸੇ, ਸਾਂਭਣ ਵਾਲੇ ਪਾਸੇ ਆਉਣਾ, ਉਦੋਂ ਹੀ ਹਉਮੈ ਨੇ ਆ ਕੇ ਅੱਗੇ ਕੋਈ ਨਾ ਕੋਈ ਅੜਿੱਕਾ ਲਾ ਦੇਣਾ। ਮੈਂ ਫੇਰ ਉੱਥੇ ਹੀ ਖੜ ਜਾਣਾ। ਇੱਕ ਨਾ ਸਕੂਲ ਦੇ ਅੰਦਰ ਨਾ ਕਹਾਣੀ ਪੜ੍ਹਾਈ ਜਾਂਦੀ ਸੀ ਵੀ ਕਪਟੀ ਮਿੱਤਰ ਤੋਂ ਬਚ ਕੇ ਰਹੋ। ਕਿਉਂ? ਮੁਸ਼ਕਲ ਪੈਣ ਉੱਤੇ ਛੱਡ ਜਾਏਗਾ, ਇਹੋ ਕਾਰਨ ਸੀ। ਅਹੰਕਾਰ ਦਾ ਪਲੰਦਾ ਜਿਹਦੇ ਨਾਲ ਮੈਂ ਮਿੱਤਰਤਾ ਪਾ ਕੇ ਬੈਠਾ ਸਾਂ, ਜਦੋਂ ਵੀ ਬਾਹਰ ਨਿਕਲਣ ਦੀ ਵਾਰੀ ਆਉਣੀ ਉਦੋਂ ਕੋਈ ਨਾ ਕੋਈ ਅੜਿੱਕਾ ਆ ਜਾਣਾ ਤੇ ਇਹਨੇ ਸਾਥ ਛੱਡ ਜਾਣਾ। ਅਜੇ ਤੱਕ ਮੈਂ ਗੁਰੂ ਨੂੰ ਮਿੱਤਰ ਨਹੀਂ ਸੀ ਬਣਾਇਆ, ਜਿਨਨੇ ਮੁਸ਼ਕਲ ਸਮੇਂ ਵਿੱਚ ਵੀ ਸਾਥੀ ਬਣ ਖੜੋਣਾ ਸੀ। ਇਸੇ ਕਰਕੇ ਧੰਨ ਗੁਰੂ ਨਾਨਕ ਸਾਹਿਬ ਜੀ ਜ਼ਿਕਰ ਕਰਦਿਆਂ ਇੱਕ ਬੜਾ ਪਿਆਰਾ ਬੋਲ ਦਿੰਦੇ, ਜਿੱਥੇ ਗੁਰੂ ਸਾਹਿਬ ਜਾ ਕੇ ਭਾਈ ਸੱਜਣ ਜੀ ਨੂੰ ਸਮਝਾਉਂਦੇ ਨਾ, ਉਦੋਂ ਦੱਸਦੇ ਵੀ ਸੱਜਣ ਕਿਹੜਾ। ਕੱਲਾ ਨਾਮ ਸੱਜਣ ਰੱਖ ਲੈਣਾ ਸੱਜਣ ਨਹੀਂ ਬਣ ਜਾਂਦਾ, ਜਾਂ ਆਪਣੇ ਆਪ ਨੂੰ ਸੱਜਣ ਕਹਿ ਦੇ ਨਾਲ ਕੋਈ ਸੱਜਣ ਨਹੀਂ ਬਣ ਜਾਂਦਾ। ਆਪਣੇ ਆਪ ਨੂੰ ਕਿਸੇ ਦਾ ਮਿੱਤਰ ਅਖਵਾਉਣ ਦੇ ਨਾਲ ਕੋਈ ਮਿੱਤਰ ਨਹੀਂ ਬਣ ਜਾਂਦਾ। ਅਸਲ ਦੇ ਅੰਦਰ ਮਿੱਤਰਤਾਈ ਤੇ ਸੱਜਣਤਾਈ ਦਾ ਉਦਣ ਪਤਾ ਲੱਗਦਾ ਜਿੱਦਣ ਸੱਜਣ ਦੀ ਲੋੜ ਪੈਣ ਤੇ ਉਹ ਨਾਲ ਖੜੋਵੇ, ਫਿਰ ਪਤਾ ਲੱਗਦਾ ਵਾਕਈ ਮਿੱਤਰਤਾਈ ਹੈ। ਉਹ ਕੀ ਕਿ ਜਿੰਨਾ ਕੁ ਚਿਰ ਤੇ ਆਪਾਂ ਨੂੰ ਲੋੜ ਸੀ ਓਨਾ ਕੁ ਚਿਰ ਤੇ ਅਸੀਂ ਆਖਦੇ ਰਹੇ ਵੀ ਤੇਰੇ ਮਿੱਤਰ ਆ, ਤੇਰੇ ਮਿੱਤਰ ਆ ਭਾਈ, ਸੱਜਣ ਆ ਤੇਰੇ। ਜਿੱਦਣ ਦੂਜੇ ਨੂੰ ਲੋੜ ਪਵੇ ਤੇ ਅਸੀਂ ਆਖੀਏ ਵੀ ਤੂੰ ਕੌਣ ਹੈ ਭਾਈ, ਤੇਰੇ ਨਾਲ ਕਿਹੜੀ ਸਾਡੀ ਕੋਈ ਮਿੱਤਰਤਾਈ ਹੈ। ਇਹਨੂੰ ਮਿੱਤਰਤਾਈ ਨਹੀਂ ਆਖ ਸਕਦੇ।
ਉਤੇ ਉਹ ਪਾਵਨ ਬਚਨ ਜਿਹੜੇ ਆਪਾਂ ਪੜ੍ਹ ਕੇ ਆਏ ਆ ਨਾ, ਵੀ ਜਿਚਰ ਪਹਿਨਣ ਖਾਵਣੇ ਤਿਚਰ ਰੱਖਣ, ਗੰਢ ਜਿਤ ਦਿਨ ਕਿਛੂ ਨਾ ਹੋਵਈ ਤਿਤ ਦਿਨ ਬੋਲਣ ਗੰਧ। ਇਹ ਤੇ ਮਾਇਆ ਦਾ ਸੰਬੰਧ ਸੀ, 4 ਦਿਨਾਂ ਦੀ ਮਿੱਤਰਤਾਈ ਸੀ। ਦਿਸ ਰਿਹਾ ਸੀ ਵੀ ਅੱਜ 4 ਟਕੇ ਮਿਲ ਜਾਣਗੇ, ਤੇ ਜਿੰਨਾ ਚਿਰ 4 ਟਕੇ ਮਿਲਦੇ ਰਹੇ, 4 ਟਕਿਆਂ ਦੇ ਨਾਲ ਖਾਣਾ ਪੀਣਾ ਚੱਲਦਾ ਰਿਹਾ, ਉਹਨਾਂ ਕੁ ਚਿਰ ਤੇ ਸਾਡੀ ਮਿੱਤਰਤਾਈ ਬੜੀ ਪੱਕੀ ਤੇ ਗੂੜੀ ਸੀ। ਜਿੱਦਣ ਦਿਸ ਗਿਆ ਵੀ ਅੱਜ ਅਗਲੇ ਕੋਲ 4 ਟਕੇ ਨਹੀਂ, ਅੱਜ ਅਗਲਾ ਨਾ ਖਵਾ ਸਕਦਾ, ਨਾ ਪਿਆ ਸਕਦਾ, ਤੇ ਨਾ ਹੀ ਪਹਿਨਾ ਸਕਦਾ, ਉਦਣ ਕਿਹੜਾ ਮਿੱਤਰ ਤੇ ਕਿਹੜਾ ਸੱਜਣ। ਫਿਰ ਧੰਨ ਗੁਰੂ ਨਾਨਕ ਸਾਹਿਬ ਜੀ ਜਦੋਂ ਭਾਈ ਸੱਜਣ ਜੀ ਕੋਲ ਜਾਂਦੇ ਤੇ ਸਤਿਗੁਰੂ ਆਖਦੇ, ਉਜਲ ਕਹਿਹਾਂ ਚਿਲਕਣਾ ਕੋਟਮ ਕਾਲੜੀ ਮਸ, ਤੋਤਿਆਂ ਝੂਠ ਨਾ ਉਤਰੈ ਜੇ 100 ਧੋਵਨ ਤਿਸ। ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਲਨ, ਜਿੱਥੈ ਲੇਖਾ ਮੰਗੀਐ ਤਿੱਥੈ ਖੜੇ ਦਿਸਨ। ਅਸਲ ਦੇ ਵਿੱਚ ਸੱਜਣ ਤਾਈ ਉੱਥੇ ਹੀ ਹੈ, ਲੇਖਾ ਪੁੱਛਿਆ ਜਾਏ ਤੇ ਪਹਿਲੋਂ ਸੱਜਣ ਅੱਗੇ ਹੋ ਕੇ ਖੜੋ ਜਾਏ ਵੀ ਮੇਰਾ ਮਿੱਤਰ ਬਾਅਦ ਵਿੱਚ ਲੇਖਾ ਦਏਗਾ, ਪਰ ਜੇ ਤੂੰ ਲੇਖਾ ਪੁੱਛਣਾ ਤੇ ਪਹਿਲੋਂ ਮੈਂ ਲੇਖਾ ਨਿਬੇੜਾਂਗਾ। ਐਵੇਂ ਨਹੀਂ ਸੀ ਸਾਹਿਬ ਜੀ ਨੇ ਬਾਣੀ 'ਚ ਜ਼ਿਕਰ ਕਰਦੇ ਆਖਿਆ, ਰੇ ਮਨ ਐਸੀ ਹਰ ਸਿਉ ਪ੍ਰੀਤ ਕਰ, ਜੈਸੀ ਜਲ ਦੁੱਧ ਹੋਏ, ਆਵਟਣ ਆਪੇ ਖਪੈ ਦੁੱਧ ਕਉ ਖਪਣ ਨਾ ਦੇ। ਮਿੱਤਰਤਾਈ ਕਿੱਦਾਂ ਦੀ ਚਾਹੀਦੀ? ਜਲ ਨੂੰ ਦੁੱਧ ਵਿੱਚ ਪਾਇਆ ਗਿਆ, ਮਿੱਤਰਤਾਈ ਬਣਾ ਦਿੱਤੀ ਗਈ, ਸੰਬੰਧ ਬਣਾ ਦਿੱਤਾ ਗਿਆ। ਜਲ ਨੂੰ ਪਤਾ ਲੱਗਾ ਇਹਨੇ ਮੇਰਾ ਮੁੱਲ ਵਧਾਤਾ, ਮੇਰੀ ਕੀਮਤ ਵੱਧ ਗਈ, ਅੱਜ ਇਹਦੇ ਨਾਲ ਮਿੱਤਰਤਾਈ ਪਾਈ, ਮੇਰਾ ਮੁੱਲ ਵੱਧ ਗਿਆ। ਫਿਰ ਇਹ ਨਹੀਂ ਕਿ ਹੁਣ ਮੁੱਲ ਵਧਣ ਤੋਂ ਬਾਅਦ ਚ ਉਹ ਬੇਮੁਖ ਹੋ ਕੇ ਤੇ ਪਾਸਾ ਵੱਟ ਕੇ ਚਲੇ ਗਿਆ। ਉਹਨੇ ਆਪਣੀ ਮਿੱਤਰਤਾਈ ਦਾ ਸਬੂਤ ਵੀ ਦਿੱਤਾ। ਦੁੱਧ ਨੂੰ ਉਬਾਲਣ ਵਾਸਤੇ ਰੱਖਿਆ, ਉਹਨਾਂ ਚਿਰ ਦੁੱਧ ਨੂੰ ਸੇਕ ਨਹੀਂ ਲੱਗਣ ਦਿੱਤਾ ਜਿੰਨਾ ਚਿਰ ਵਿੱਚ ਆਪ ਬੈਠਾ ਰਿਹਾ। ਨਹੀਂ ਲੱਗਿਆ ਸੇਕ। ਜਿੰਨਾ ਚਿਰ ਦੁੱਧ ਦੇ ਅੰਦਰ ਪਾਣੀ ਸੀ, ਜਿੰਨਾ ਚਿਰ ਪਾਣੀ ਸੁੱਕ ਨਾ ਗਿਆ, ਪਾਣੀ ਸੜ ਨਾ ਗਿਆ, ਉਹਨਾਂ ਚਿਰ ਦੁੱਧ ਨੂੰ ਸੇਕ ਨਹੀਂ ਲੱਗਾ। ਮਿੱਤਰਤਾਈ ਦਾ ਸਬੂਤ। ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜੇ ਦਿਸਨ, ਉੱਥੇ ਨਜ਼ਰ ਆਵੇ ਵੀ ਹਾਂ ਮੇਰਾ ਸੱਜਣ ਮੇਰੇ ਨਾਲ ਖੜੋਤਾ ਹੈ। ਤੇ ਸਾਹਿਬ ਕਹਿੰਦੇ ਸੱਜਣ ਸਤਿਗੁਰ ਪੁਰਖ ਹੈ, ਜਿਹਨੇ ਨਾਲ ਖੜੋਣਾ, ਵਾਕਈ ਜਿਹੜਾ ਸਾਥ ਦਏਗਾ ਸਤਿਗੁਰ ਪੁਰਖ ਹੈ। ਦੁੱਖ ਕੱਢੈ ਹਉਮੈ ਮਾਰ, ਜਿਹੜਾ ਸਾਡੇ ਅੰਦਰੋਂ ਦੁੱਖ ਹਉਮੈ ਨੂੰ ਕੱਢਦਾ ਹੈ ਤੇ ਹਉਮੈ ਦੇ ਦੁੱਖ ਨੂੰ ਮਾਰ ਵੀ ਦਿੰਦਾ, ਖਤਮ ਵੀ ਕਰ ਦਿੰਦਾ ਹੈ। ਤੇ ਜਦੋਂ ਹਉਮੈ ਦਾ ਦੁੱਖ ਮਰ ਜਾਂਦਾ, ਹਉਮੈ ਮੁੱਕ ਜਾਂਦੀ ਹੈ, ਅਹੰਕਾਰ ਦੇ ਦੁੱਖਾਂ ਤੋਂ ਛੁਟਕਾਰਾ ਹੋ ਜਾਂਦਾ, ਫਿਰ ਕਿਤੇ ਜਾ ਕੇ ਜੀਵ ਰੱਬ ਦੇ ਗੁਣਾਂ ਦੀ ਸਾਰ ਕਰਦਾ ਹੈ, ਰੱਬ ਦੇ ਗੁਣਾਂ ਨੂੰ ਸੰਭਾਲਦਾ ਹੈ। ਰਸ ਅੰਮ੍ਰਿਤ ਨਾਮ ਰਸ ਅਤ ਭਲਾ, ਕਿਤ ਬਿਦ ਮਿਲੈ ਰਸ ਖਾਏ। ਜਾਏ ਪੁੱਛੋ ਸੁਹਾਗਣੀ, ਤੁਸਾਂ ਕਿਉ ਕਰ ਮਿਲਿਆ ਪ੍ਰਭ ਆਏ। ਓਏ ਵੇ ਪਰਵਾਹ ਨਾ ਬੋਲਣੀ, ਹੋ ਮਲ ਮਲ ਤੁਵਾ ਤਿਨ ਪਾਏ। ਸਤਿਗੁਰੂ ਜੀ ਫਿਰ ਜ਼ਿਕਰ ਕਰਦੇ ਪਹਿਲੇ ਪਦੇ ਵਿੱਚ ਰਸ ਅੰਮ੍ਰਿਤ ਨਾਮ ਰਸ ਅਤ ਭਲਾ, ਕਿਤ ਬਿਦ ਮਿਲੈ ਰਸ ਖਾਏ। ਕਿਸੇ ਵਸਤੂ ਦਾ ਪਤਾ ਲੱਗ ਜਾਣਾ ਕਿ ਸਾਡੇ ਲਈ ਭਲੀ ਹੈ ਕਾਫੀ ਨਹੀਂ, ਜਿੰਨਾ ਚਿਰ ਉਹ ਵਸਤੂ ਦੀ ਪ੍ਰਾਪਤੀ
ਨਾ ਹੋ ਜਾਏ। ਆਖਣ ਨੂੰ ਅਸੀਂ ਕਹੀ ਚੱਲੀਏ ਵੀ ਆਹ ਪਦਾਰਥ ਬੜਾ ਭਲਾ, ਬੜਾ, ਸਾਡੀ ਪਹੁੰਚ ਹੀ ਨਾ ਹੋਵੇ, ਸਾਨੂੰ ਕੀ ਪਤਾ ਭਲਾ ਹੈ ਕਿ ਨਹੀਂ। ਇੱਕ ਪਦਾਰਥ ਨੂੰ ਲੈ ਕੇ ਅਸੀਂ ਇਹ ਕਹਿਣ ਲੱਗ ਜਾਈਏ ਬਹੁਤ ਰਸ ਵਾਲਾ ਹੈ, ਬੜਾ ਸਵਾਦ ਵਾਲਾ ਹੈ, ਬੜਾ ਆਨੰਦਮਈ ਹੈ, ਅਜੇ ਤੱਕ ਚੱਖਿਆ ਹੀ ਨਹੀਂ, ਸਾਨੂੰ ਕੀ ਪਤਾ ਹੈ ਕਿ ਨਹੀਂ। ਕਿਉਂਕਿ ਹਰ ਮਨੁੱਖ ਦਾ ਰਸ, ਟੇਸਟ ਵੱਖਰਾ ਹੈ। ਹੋ ਸਕਦਾ ਜਿਹੜਾ ਪਦਾਰਥ ਇੱਕ ਬੰਦੇ ਨੂੰ ਚੰਗਾ ਲੱਗਦਾ ਹੋਵੇ ਦੂਜੇ ਨੂੰ ਨਾ ਚੰਗਾ ਲੱਗੇ। ਜ਼ਰੂਰੀ ਤੇ ਨਹੀਂ ਇੱਕ ਨੂੰ ਚੰਗਾ ਲੱਗਾ ਤੇ ਦੂਜੇ ਨੂੰ ਵੀ ਚੰਗਾ ਲੱਗੇਗਾ, ਇਹ ਲਾਜ਼ਮੀ ਨਹੀਂ ਹੈ। ਗੁਰੂ ਸਾਹਿਬ ਕਹਿੰਦੇ ਰਸ ਅੰਮ੍ਰਿਤ ਨਾਮ ਰਸ ਅਤ ਭਲਾ, ਬੜਾ ਭਲਾ ਹੈ, ਬੜਾ ਚੰਗਾ ਹੈ। ਪਤਾ ਵੀ ਲੱਗ ਗਿਆ ਚੰਗਾ ਹੈ, ਇਹ ਵੀ ਪਤਾ ਲੱਗ ਗਿਆ ਵੀ ਵਾਕਈ ਰਸ ਵਾਲਾ ਹੈ। ਹੁਣ ਜ਼ੋਰ ਤੇ ਇਸ ਗੱਲ ਦਾ ਵੀ ਜਿਹੜੇ ਰਸ ਨੂੰ ਮੈਂ ਭਲਾ ਕਹਿ ਰਿਹਾ ਜਾਂ ਜਿਹੜਾ ਜਿਹਨੂੰ ਮੈਂ ਚੰਗਾ ਆਖ ਰਿਹਾ, ਇਹ ਮਿਲੇਗਾ ਕਿਵੇਂ, ਮੈਂ ਹਾਸਲ ਕਰਨਾ ਚਾਹੁੰਦਾ। ਹੁਣ ਜਦੋਂ ਹਾਸਲ ਕਰਨ ਦੀ ਵਾਰੀ ਆਈ ਫਿਰ ਹੱਥ ਖੜੇ, ਸਾਡੀ ਪਹੁੰਚ ਨਹੀਂ, ਸਾਡੀ ਸਮਰੱਥਾ ਨਹੀਂ। ਇੱਕ ਪਦਾਰਥ, ਜੇ ਸੌਖੇ ਜਿਹੇ ਲਫ਼ਜ਼ਾਂ 'ਚ ਗੱਲ ਕਰੀਏ ਵੀ ਕੋਈ ਸੰਸਾਰਕ ਵਸਤੂ ਹੈ ਜਿਹੜੀ ਆਪਣੇ ਮਿੱਤਰ ਕੋਲ ਵੇਖ ਲਈ, ਉਹਦੇ ਨਾਲ ਬੈਠ ਕੇ ਉਹ ਵਸਤੂ ਦਾ ਅਨੁਭਵ ਵੀ ਕਰ ਲਿਆ, ਪਤਾ ਲੱਗ ਗਿਆ ਵੀ ਇਦਾਂ ਦਾ ਰਸ ਹੈ ਇਹਦੇ ਵਿੱਚ, ਉਹਦੀ ਪਹੁੰਚ ਸੀ, ਉਹਦੇ ਨਾਲ ਬਹਿ ਕੇ ਮੈਂ ਅਨੁਭਵ ਕਰ ਲਿਆ। ਹੁਣ ਮੇਰੇ ਮਨ ਵਿੱਚ ਇੱਕ ਲਾਲਸਾ ਜਾਗ ਪਈ ਵੀ ਨਹੀਂ, ਮੈਂ ਵੀ ਇਹੀ ਪਦਾਰਥ ਲੈ ਕੇ ਆਉਣਾ, ਤੇ ਆਪਣੀ ਪਹੁੰਚ ਕੋਈ ਨਹੀਂ। ਸਤਿਗੁਰੂ ਜੀ ਜ਼ਿਕਰ ਕਰਦੇ, ਕਹਿੰਦੇ ਰਸ ਅੰਮ੍ਰਿਤ ਨਾਮ ਰਸ ਅਤ ਭਲਾ ਹੈ, ਬਹੁਤ ਭਲਾ, ਬੜਾ ਚੰਗਾ ਹੈ। ਪਰ ਕਿਤ ਵਿਧ ਮਿਲੈ ਰਸ ਖਾਏ, ਕਿਹੜੀ ਵਿਧੀ ਨਾਲ ਮਿਲੇ ਤੇ ਅਸੀਂ ਇਸ ਰਸ ਦਾ ਆਨੰਦ ਮਾਣ ਸਕੀਏ, ਕਿਹੜੀ ਵਿਧੀ ਨਾਲ ਮਿਲੇਗਾ। ਫਿਰ ਦੱਸਦੇ ਵੀ ਹੁਣ ਕਰਨਾ ਕੀ ਹੈ, ਕਿਹਨੂੰ ਪੁੱਛਣਾ, ਕਿਵੇਂ ਮਿਲੇਗਾ। ਕਹਿੰਦੇ ਜਾਏ ਪੁੱਛੋ ਸੁਹਾਗਣੀ, ਤੁਸਾਂ ਕਿਉਂ ਕਰ ਮਿਲਿਆ ਪ੍ਰਭ ਆਏ। ਦੱਸੋ ਭਾਈ, ਜਿਨ੍ਹਾਂ ਨੇ ਰਸ ਚੱਖਿਆ, ਰਸ ਮਾਣਿਆ, ਉਹਨਾਂ ਨੂੰ ਪੁੱਛੋ ਵੀ ਤੁਸੀਂ ਕਿਵੇਂ ਮਾਣਿਆ ਹੈ, ਤੁਹਾਨੂੰ ਕਿਵੇਂ ਮਿਲਿਆ ਰਸ, ਤੁਸੀਂ ਰਸ ਕਿਵੇਂ ਮਾਣਿਆ ਹੈ, ਇਹ ਪੁੱਛਣਾ। ਕਿੰਨਾ ਰਸ ਮਾਣਿਆ ਇਹ ਤੇ ਦੱਸ ਵੀ ਨਹੀਂ ਸਕਦਾ, ਜਿੰਨੇ ਮਾਣਿਆ ਉਹ ਵੀ ਨਹੀਂ ਦੱਸ ਸਕਦਾ। ਸਿਰਫ ਇਹ ਪੁੱਛਣਾ ਕਿ ਰਸ ਮਾਣਿਆ ਕਿਵੇਂ ਹੈ, ਅਸੀਂ ਵੀ ਚਾਹੁੰਦੇ ਹਾਂ ਉਹ ਰਸ ਮਾਨਣਾ, ਅਸੀਂ ਵੀ ਚਾਹੁੰਦੇ ਹਾਂ ਉਸ ਰਸ ਨੂੰ ਮਾਨਣਾ। ਜਿਵੇਂ ਕਿਸੇ ਪਦਾਰਥ ਨੂੰ ਤਿਆਰ ਕੀਤਾ ਜਾਏ, ਇੱਕ ਵਸਤੂ ਨੇ, ਇੱਕ ਮਨੁੱਖ ਨੇ ਪਦਾਰਥ ਤਿਆਰ ਕਰਨ ਲੱਗਿਆਂ ਆਪਣੀ ਰੈਸਿਪੀ ਯੂਜ਼ ਕੀਤੀ, ਉਹਨੇ ਆਪਣੇ ਢੰਗ ਨਾਲ ਉਹ ਪਦਾਰਥ ਬਣਾ ਲਿਆ, ਅਸੀਂ ਚੱਖ ਲਿਆ, ਇਹ ਵੀ ਕਹਿਤਾ ਬਹੁਤ ਰਸ ਵਾਲਾ ਭਾਈ। ਫਿਰ ਅਸੀਂ ਉਹਨੂੰ ਕੀ ਕਹਿੰਦੇ ਆ ਵੀ ਹੁਣ ਇਹ ਦੱਸ ਵੀ ਬਣਾਇਆ ਕਿਵੇਂ ਹੈ, ਇਹ ਬਣਾਇਆ ਕਿਵੇਂ ਆ। ਸਾਡੇ ਕੋਲੋਂ ਅੱਜ ਤੱਕ ਇਦਾਂ ਦਾ ਪਦਾਰਥ ਇਹ ਨਹੀਂ ਬਣਿਆ, ਅਸੀਂ ਬਹੁਤ ਯਤਨ ਕੀਤਾ, ਨਹੀਂ ਬਣਿਆ। ਫਿਰ ਉਹ ਆਪਣੇ ਢੰਗ ਦੇ ਨਾਲ, ਆਪਣੇ ਤਰੀਕੇ ਨਾਲ ਸਾਨੂੰ ਦੱਸਦਾ ਇੰਨੀ ਕੁ ਮਾਤਰਾ ਵਿੱਚ ਮੈਂ ਆਹ ਪਦਾਰਥ, ਉਹ ਸਾਰੀ ਰੈਸਿਪੀ ਦੱਸ ਦਿੰਦਾ। ਫਿਰ ਜਾ ਕੇ ਇਹ ਪਦਾਰਥ ਤਿਆਰ ਹੋਇਆ, ਉਹਨੇ ਦੱਸਤਾ ਵੀ ਕਿਵੇਂ ਬਣਿਆ। ਹੁਣ ਜਿਸ ਨਾਮ ਰਸ ਦੀ ਗੱਲ, ਅੰਮ੍ਰਿਤ ਦੀ ਬਾਤ ਸਤਿਗੁਰੂ ਕਰ ਰਹੇ ਨੇ, ਮੱਲ ਕਹਿੰਦੇ ਜਾਏ ਪੁੱਛੋ ਸੁਹਾਗਣੀ, ਉਹਨਾਂ ਕੋਲੋਂ ਜਾ ਕੇ ਪੁੱਛੋ ਜਿਨ੍ਹਾਂ ਨੇ ਇਸ ਰਸ ਨੂੰ ਮਾਣਿਆ ਹੈ। ਤੇ ਪੁੱਛਣਾ ਕੀ ਹੈ, ਤੁਸਾਂ ਕਿਉਂ ਕਰ ਮਿਲਿਆ ਪ੍ਰਭ ਆਏ, ਤੁਹਾਨੂੰ ਕਿਵੇਂ ਉਹ ਪਰਮੇਸ਼ਵਰ ਜੀ, ਪ੍ਰਭੂ ਜੀ ਆ ਕੇ ਮਿਲੇ, ਤੁਸੀਂ ਕਿਵੇਂ ਉਸ ਰਸ ਦਾ ਆਨੰਦ ਮਾਣਿਆ,
ਤੁਸੀਂ ਕਿਵੇਂ ਉਸ ਪ੍ਰਭੂ ਜੀ ਦੇ ਅੰਮ੍ਰਿਤ ਰਸ ਨੂੰ ਮਾਣਿਆ। ਤੇ ਫਿਰ ਜਦੋਂ ਪੁੱਛਾਂਗੇ ਫਿਰ ਉਹ ਰੱਬ ਦੇ ਨਾਲ ਜੁੜੀਆਂ ਭਲੀਆਂ ਜੀਵ ਇਸਤਰੀਆਂ ਦੱਸਣਗੀਆਂ ਕਿ ਉਹ ਕਿਵੇਂ ਮਿਲਦਾ ਹੈ। ਫਿਰ ਜਦੋਂ ਜਵਾਬ ਮਿਲਦਾ ਹੈ ਉਹ ਦੱਸਦੇ, ਸਹਿਜ ਸੰਤੋਖ ਸ਼ਿੰਗਾਰੀਆ ਮਿੱਠਾ ਬੋਲਣੀ, ਪਿਰ ਰੀਸਾਲੂ ਤਾਂ ਮਿਲੈ ਜਾ ਗੁਰ ਕਾ ਸ਼ਬਦ ਸੁਣੀ। ਰੀਸਾਲੂ ਮਤਲਬ ਰਸ ਵਾਲਾ। ਕਹਿੰਦੇ ਜਿਸ ਪ੍ਰਭੂ ਪਤੀ ਪਰਮੇਸ਼ਵਰ ਜੀ ਦੇ ਬਾਰੇ ਵਿੱਚ ਆਪ ਜੀ ਪੁੱਛ ਰਹੇ ਹੋ, ਉਹ ਜਿਹੜਾ ਰਸ ਵਾਲਾ ਪਰਮੇਸ਼ਵਰ ਹੈ ਉਹ ਮਿਲਦਾ ਹੈ। ਪਰ ਮਿਲਦਾ ਕਿੱਦਾਂ? ਪਿਰ ਰੀਸਾਲੂ ਤਾਂ ਮਿਲੈ, ਤਾਂ ਮਿਲੇਗਾ ਜਾ ਗੁਰ ਕਾ ਸ਼ਬਦ ਸੁਣੀ। ਜੇ ਗੁਰੂ ਕੇ ਉਪਦੇਸ਼ ਨੂੰ, ਗੁਰੂ ਕੇ ਸ਼ਬਦ ਨੂੰ ਅਸੀਂ ਸੁਣ ਲਈਏ, ਗੁਰੂ ਕੀ ਵਿਚਾਰ ਧਾਰਾ ਨੂੰ ਅਪਣਾ ਲਈਏ, ਫਿਰ ਕਿਤੇ ਜਾ ਕੇ ਉਹ ਪਰਮੇਸ਼ਵਰ ਜੀ ਮਿਲਦੇ ਨੇ। ਫਿਰ ਓਏ ਬੇਪਰਵਾਹ ਨਾ ਬੋਲਣੀ, ਉਹ ਰੱਬ ਦੀਆਂ ਪਿਆਰੀਆਂ ਸੁਹਾਗਣ ਜੀਵ ਇਸਤਰੀਆਂ ਬਿਲਕੁਲ ਬੇਪਰਵਾਹ ਨਾ ਬੋਲਣੀ, ਨਹੀਂ ਬੋਲਦੀਆਂ ਉਹ। ਫਿਰ ਹਾਂ ਮਲ ਮਲ ਧੋਵਾਂ ਤਿਨ ਪਾਏ, ਮੈਂ ਉਹਨਾਂ ਦੀ ਸੇਵਾ 'ਚ ਤਤਪਰ ਹੋ ਜਾ। ਕਦੇ ਤੇ ਤਰੁੱਠ ਕੇ ਮੈਨੂੰ ਤਰੀਕਾ ਦੱਸਣਗੀਆਂ ਹੀ ਨਾ ਵੀ ਕਿਵੇਂ ਮਿਲਦਾ ਉਹ। ਉਹਨਾਂ ਦੀ ਸੇਵਾ ਵਿੱਚ ਹਰ ਵਕਤ ਤਤਪਰ, ਮਤਲਬ ਹਰ ਵਕਤ ਉਹਨਾਂ ਕੋਲ ਹਾਜ਼ਰ ਨਾਜ਼ਰ। ਹਰ ਵਕਤ ਹਾਜ਼ਰ ਨਾਜ਼ਰ ਤੋਂ ਭਾਵ ਹਰ ਵੇਲੇ ਉਹਨਾਂ ਦੇ ਸੰਗ ਰਹਿਣਾ, ਰੱਬੀ ਪਿਆਰਿਆਂ ਦੇ ਸੰਗ ਵਿੱਚ ਰਹਿਣਾ, ਰੱਬੀ ਪਿਆਰਿਆਂ ਦੇ ਨਾਲ ਰਹਿਣਾ, ਤਾਂ ਜੋ ਉਹਨਾਂ ਦੇ ਨਾਲ ਰਹਿੰਦਿਆਂ ਕਿਤੇ ਉਹਨਾਂ ਕੋਲੋਂ ਮੈਂ ਵੀ ਢੰਗ ਸਿੱਖ ਸਕਾਂ ਕਿ ਉਹ ਪਰਮੇਸ਼ਵਰ ਜੀ ਦੇ ਰਸ ਨੂੰ ਕਿਵੇਂ ਮਾਣਿਆ ਜਾਏ। ਗੁਰ ਮੁਖੀਆ ਸੁਹਾਗਣੀ ਤਿਨ ਦਇਆ ਪਈ ਮਨ ਆਏ, ਸਤਿਗੁਰ ਵਚਨ ਰਤਨ ਹੈ, ਜੋ ਮੰਨੇ ਸੋ ਹਰ ਰਸ ਖਾਏ। ਸੇ ਵਡ ਭਾਗੀ ਵਡ ਜਾਣੀਐ, ਜਿਨ ਹਰ ਰਸ ਖਾਧਾ ਗੁਰ ਪਾਏ। ਪਹਿਲੇ ਪਦੇ ਚ ਆਖਿਆ, ਕਹਿੰਦੇ ਓਏ ਵੇ ਪ੍ਰਵਾਹ ਨਾ ਬੋਲਣੀ, ਹਉ ਮਲ ਮਲ ਧੋਵਾਂ ਤਿੰਨ ਪਾਏ। ਉਹ ਦੱਸਦੀਆਂ ਨਹੀਂ, ਮੈਂ ਉਹਨਾਂ ਦੀ ਸੇਵਾ ਚ ਤਤਪਰ ਹੋ ਗਿਆ, ਬਹਿ ਗਿਆ ਤਾਂ ਉਹਨਾਂ ਦੀ ਸੇਵਾ ਵਿੱਚ। ਵੀ ਜਦੋਂ ਦੱਸੋਗੇ ਉਦੋਂ ਆਨੰਦ ਮਾਣਾਂਗਾ ਤੇ ਉਦੋਂ ਹੀ ਰਸ ਨੂੰ ਮਾਣਾਂਗਾ। ਫਿਰ ਕਹਿੰਦੇ ਉਹਨਾਂ ਗੁਰਮੁਖੀਆਂ ਸੁਹਾਗਣੀਆਂ ਨੂੰ ਤਰਸ ਆ ਗਿਆ ਮੇਰੇ ਤੇ, ਜਦੋਂ ਉਹਨਾਂ ਵੇਖਿਆ ਨਾ ਵੀ ਭਲਾ ਹੈ, ਬੜਾ ਚੰਗਾ ਜੀਵਨ ਦਾ ਮਾਲਕ ਹੈ, ਸੋਹਣੇ ਜੀਵਨ ਦਾ ਧਾਰਨੀ ਹੈ, ਇਹ ਸਾਰਾ ਕੁਝ ਵੇਖ ਕੇ ਨਾ ਦਇਆ ਆ ਗਈ। ਜਦੋਂ ਦਇਆ ਆਈ, ਕਹਿੰਦੇ ਗੁਰਮੁਖੀਆਂ ਸੁਹਾਗਣੀ ਤਿੰਨ ਦਇਆ ਪਈ ਮਨ ਆਏ। ਉਹਨਾਂ ਦੇ ਮਨ 'ਚ ਦਇਆ ਆ ਗਈ, ਉਹਨਾਂ ਨੂੰ ਤਰਸ ਆ ਗਿਆ ਮੇਰੇ ਤੇ। ਜਦੋਂ ਉਹਨਾਂ ਨੂੰ ਤਰਸ ਆਇਆ, ਫਿਰ ਉਹਨਾਂ ਨੇ ਪੁੱਛਿਆ, ਦੁਬਾਰਾ ਪੁੱਛਿਆ ਵੀ ਤੂੰ ਕੀ ਕਰਨ ਵਾਸਤੇ ਆਇਆ? ਤੇ ਮੈਂ ਵੀ ਹੱਥ ਜੋੜ ਕੇ ਕਹਿਤਾ, ਮੈਂ ਰਸ ਮਾਨਣ ਆਇਆ, ਮੈਂ ਰਸ ਮਾਨਣ ਵਾਸਤੇ ਆਇਆ। ਤੇ ਉਹਨਾਂ ਨੇ ਫਿਰ ਦੱਸਿਆ ਰਸ ਮਿਲੇਗਾ ਕਿੱਥੋਂ? ਕੀ ਆਖਦੇ ਸਤਿਗੁਰ ਵਚਨ ਰਤਨ ਹੈ। ਉਹ ਗੁਰਮੁਖੀਆਂ ਦੱਸਦੀਆਂ, ਫਿਰ ਉਹ ਕਹਿਣ ਲੱਗੀਆਂ ਗੁਰੂ ਕੇ ਬੋਲ ਜਿਹੜੇ ਨੇ ਨਾ, ਇਹ ਅਮੋਲਕ ਰਤਨ ਹੈ, ਇਹ ਅਮੋਲਕ ਬਹੁਤ ਪਿਆਰੇ ਸ਼ਬਦ ਰੂਪ ਗੁਰੂ ਜੀ ਦੇ ਕੀ ਨੇ? ਰਤਨ। ਤੇ ਜਿਹੜਾ ਵੀ ਜੀਵ ਜੋ ਮੰਨੇ ਸੋ ਹਰ ਰਸ ਖਾਏ, ਜਿਹੜਾ ਗੁਰੂ ਕੇ ਬਚਨਾਂ ਨੂੰ ਮੰਨ ਲੈਂਦਾ ਨਾ, ਉਹ ਰਸ ਖਾਣ ਲੱਗ ਜਾਂਦਾ। ਸ਼ੁਰੂਆਤ ਤੇ ਇੱਥੋਂ ਹੀ ਹੋਈ ਨਾ ਵੀ ਰਸ ਅੰਮ੍ਰਿਤ ਨਾਮ ਰਸ ਅਤ ਭਲਾ, ਕਿਤ ਬਿਦ ਮਿਲੇ ਰਸ ਖਾਏ। ਕਿਹੜੀ ਵਿਧੀ ਨਾਲ ਮਿਲੇ, ਮੈਂ ਕਿਵੇਂ ਖਾਵਾਂ ਇਸ ਰਸ ਨੂੰ? ਕਹਿੰਦੇ ਸਤਿਗੁਰ ਸ਼ਬਦ ਰਤਨ ਹੈ, ਜੋ ਮੰਨੇ ਸੋ ਹਰ ਰਸ ਖਾਏ।
ਗੁਰੂ ਕਾ ਸ਼ਬਦ ਰਤਨ ਹੈ, ਕੀਮਤੀ ਚੀਜ਼ ਹੈ। ਜਿਹੜਾ ਵੀ ਇਸ ਨੂੰ ਮੰਨ ਲੈਂਦਾ ਉਹ ਹਰੀ ਨਾਮ ਦੇ ਰਸ ਦੀ, ਰੱਬ ਜੀ ਦੇ ਅੰਮ੍ਰਿਤ ਰੂਪੀ ਨਾਮ ਦੀ ਖੁਰਾਕ ਖਾਂਦਾ ਹੈ। ਉਹ ਇਸ ਰਸ ਨੂੰ ਮਾਣਦਾ ਤੇ ਫਿਰ ਜਿਹੜਾ ਇਸ ਰਸ ਨੂੰ ਮਾਣਦਾ ਸੇ ਵੱਡ ਭਾਗੀ ਵੱਡ ਜਾਣੀਐ। ਕਹਿੰਦੇ ਉਹ ਚੰਗੇ ਭਾਗਾਂ ਵਾਲੇ ਜਾਣੇ ਜਾਂਦੇ ਨੇ। ਕੌਣ? ਜਿਨ ਹਰ ਰਸ ਖਾਧਾ ਗੁਰ ਪਾਏ। ਜਿਨ੍ਹਾਂ ਨੇ ਰੱਬ ਜੀ ਦੇ ਰਸ ਨੂੰ ਚਖਿਆ, ਤੇ ਚਖਿਆ ਕਿਵੇਂ? ਗੁਰੂ ਕੇ ਭਾਏ ਵਿੱਚ, ਗੁਰੂ ਕੇ ਪ੍ਰੇਮ ਵਿੱਚ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੈ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਝੋਟਾਂ ਖਾਵੇ। ਰਸ ਐਵੇਂ ਨਹੀਂ ਮਾਣਿਆ ਜਾਣਾ। ਰਸ ਮੰਨਣ ਲਈ ਗੁਰੂ ਕੇ ਭਾਏ ਵਿੱਚ ਆਉਣਾ ਪਏਗਾ, ਗੁਰੂ ਕੇ ਪ੍ਰੇਮ ਅੰਦਰ ਆਉਣਾ ਹੀ ਪਏਗਾ, ਗੁਰੂ ਕੀ ਰਜ਼ਾ ਵਿੱਚ ਚੱਲਣਾ ਹੀ ਪਏਗਾ। ਜੇ ਨਹੀਂ ਫਿਰ ਵਿਛੜ ਝੋਟਾਂ ਖਾਏ। ਜੇ ਗੁਰੂ ਕੇ ਭਾਏ ਵਿੱਚ ਆ ਗਏ, ਸਤਿਗੁਰੂ ਕਹਿੰਦੇ ਫਿਰ ਤੇ ਵੱਡਿਆਂ ਭਾਗਾਂ ਵਾਲੇ ਨੇ ਉਹ ਜੀਵ, ਉਹਨਾਂ ਨੂੰ ਵੱਡਿਆਂ ਭਾਗਾਂ ਵਾਲੇ ਜਾਣਿਆ ਜਾਂਦਾ ਹੈ, ਜਿਹੜੇ ਗੁਰੂ ਕੇ ਭਾਏ ਵਿੱਚ ਆ ਕੇ ਰੱਬ ਦਾ ਰਸ ਚੱਖ ਗਏ, ਤੇ ਜਿਹੜੇ ਗੁਰੂ ਕੇ ਭਾਏ ਵਿੱਚ ਆਉਣ ਤੋਂ ਹੀ ਇਨਕਾਰੀ ਹੋ ਗਏ। ਉਹਨਾਂ ਵਰਗਾ ਬਦਕਿਸਮਤ ਕੌਣ ਹੋ ਸਕਦਾ? ਉਹਨਾਂ ਨਾਲੋਂ ਬਦਕਿਸਮਤ ਕੌਣ ਹੋ ਸਕਦਾ ਹੈ ਕਿ ਗੁਰੂ ਦੇ ਭਾਏ ਵਿੱਚ ਆਉਣ ਤੋਂ ਇਨਕਾਰੀ ਹੋ ਕੇ ਤੇ ਮੰਦੇ ਭਾਗਾਂ ਦੇ ਮਾਲਕ ਫਿਰ ਰਸ ਤੋਂ ਸਖਣੇ ਰਹਿ ਜਾਣ, ਵਾਂਝੇ ਰਹਿ ਜਾਣ। ਸਤਿਗੁਰੂ ਜੀ ਆਖਦੇ, ਮੇਰੇ ਉੱਤੇ ਗੁਰਮੁਖੀਆਂ ਨੇ, ਰੱਬੀ ਪਿਆਰ ਵਿੱਚ ਰੰਗੀਆਂ ਹੋਈਆਂ ਜੀਵ ਇਸਤਰੀਆਂ ਨੇ ਤਰਸ ਕੀਤਾ। ਤਰਸ ਕਰਕੇ ਉਹਨਾਂ ਦੱਸਿਆ ਵੀ ਤੂੰ ਸਾਰੇ ਤਰੀਕੇ ਹੀਲੇ ਤੇ ਵਸੀਲੇ ਛੱਡ, ਤੈਨੂੰ ਕੋਈ ਯਤਨ ਕਰਨ ਦੀ ਲੋੜ ਨਹੀਂ। ਸਿਰਫ ਇੱਕ ਯਤਨ ਕਰ ਕਿ ਗੁਰੂ ਕਾ ਸ਼ਬਦ ਸਾਂਭ ਤੇ ਗੁਰੂ ਕੀ ਰਜ਼ਾ ਵਿੱਚ ਚੱਲਣਾ ਸਿੱਖ। ਬਸ ਇਸ ਤੋਂ ਬਿਨਾ ਕੋਈ ਦੂਜਾ ਯਤਨ ਕਰਨ ਦੀ ਜ਼ਰੂਰਤ ਨਹੀਂ। ਸਤਿਗੁਰੂ ਜੀ ਦੇ ਰਤਨ ਰੂਪੀ ਜਿਹੜੇ ਵਚਨ ਨੇ, ਮਾਲਕ ਜੀ ਦੇ ਸ਼ਬਦ ਰੂਪ ਕੀਮਤੀ ਰਤਨ ਨੇ, ਜੋ ਉਹਨਾਂ ਨੂੰ ਸੁਣ, ਮਤਲਬ ਉਪਦੇਸ਼ ਗੁਰੂ ਕਾ ਸੁਣ, ਤੇ ਗੁਰੂ ਕਾ ਉਪਦੇਸ਼ ਸੁਣ ਕੇ ਮੰਨਦਿਆਂ ਹੋਇਆਂ ਉਹਦੇ ਨਾਮ ਰਸ ਨੂੰ ਖਾ ਚੱਖ, ਤੇ ਜਿਹੜਾ ਉਹਦੇ ਨਾਮ ਰਸ ਨੂੰ ਚੱਖਦਾ ਹੈ ਉਹ ਵੱਡਿਆਂ ਭਾਗਾਂ ਵਾਲਾ ਜਾਣਿਆ ਜਾਂਦਾ ਹੈ। ਜਿਹੜੇ ਗੁਰੂ ਕੇ ਭਾਏ ਵਿੱਚ ਆ ਕੇ, ਪ੍ਰੇਮ ਵਿੱਚ ਆ ਕੇ ਤੇ ਰੱਬ ਦੇ ਰਸ ਨੂੰ ਮਾਣ ਲੈਂਦੇ ਹਨ। ਇਹ ਹਰ ਰਸ ਵਣ ਤਿਨ ਸਬਤ ਹੈ, ਭਾਗਹੀਣ ਨਹੀਂ ਖਾਏ। ਬਿਨ ਸਤਿਗੁਰ ਪੱਲੇ ਨਾ ਪਵੈ, ਮਨ ਮੁਖ ਰਹੇ ਬਿਲ ਲਾਏ। ਓਏ ਸਤਿਗੁਰ ਆਗੇ ਨਾ ਨਿਵੈ, ਉਨਾ ਅੰਤਰ ਕ੍ਰੋਧ ਬਲਾਏ। ਫਿਰ ਪੁੱਛਿਆ ਸੀ ਵੀ ਹੁਣ ਇਹ ਮਿਲੇਗਾ ਕਿੱਥੋਂ, ਤੇ ਕਿਉਂਕਿ ਖਾਣ ਦਾ ਤਰੀਕਾ ਤੇ ਪਤਾ ਲੱਗ ਗਿਆ, ਚੱਖਣ ਦਾ ਤਰੀਕਾ ਤੇ ਪਤਾ ਲੱਗ ਗਿਆ ਕਿ ਗੁਰੂ ਕੇ ਭਾਏ ਵਿੱਚ ਰਹਿ ਕੇ ਚੱਖੀਦਾ, ਗੁਰੂ ਕੇ ਪ੍ਰੇਮ ਵਿੱਚ ਰਹਿ ਕੇ ਇਸ ਰਸ ਨੂੰ ਮਾਣੀਦਾ ਹੈ। ਇਹ ਤੇ ਲੱਗ ਗਿਆ ਪਤਾ। ਹੁਣ ਹੈ ਕਿੱਥੇ? ਕੋਈ ਸਪੈਸ਼ਲ ਜਗ੍ਹਾ, ਕੋਈ ਖਾਸ ਥਾਂ ਹੋਵੇ? ਫਿਰ ਸਤਿਗੁਰੂ ਦੱਸਦੇ, ਕਹਿੰਦੇ ਹਰ ਥਾਂ ਹੀ ਖਾਸ ਹੈ, ਵੀ ਐਸੀ ਕੋਈ ਥਾਂ ਨਹੀਂ ਜਿੱਥੇ ਇਹ ਰਸ ਨਾ ਹੋਵੇ। ਇਹ ਰਸ, ਇਹ ਹਰ ਰਸ ਵਣ ਤਿਣ ਸਬਤ ਹੈ, ਸਾਰੀਆਂ ਥਾਵਾਂ ਤੇ ਹੀ ਮੌਜੂਦ ਹੈ, ਮਤਲਬ ਸਾਰੀ ਸ੍ਰਿਸ਼ਟੀ ਵਿੱਚ ਮੌਜੂਦ ਹੈ। ਭਾਗਹੀਣ ਨਹੀਂ ਖਾਏ। ਅੱਖਾਂ ਸਾਹਮਣੇ ਰਸ ਪਿਆ ਹੋਵੇ ਤੇ ਬੰਦਾ ਵਾਂਝਾ ਰਹਿ ਜਾਏ,
ਇਦੂ ਵੱਡੀ ਬਦਕਿਸਮਤੀ ਕੀ ਹੋ ਸਕਦੀ ਹੈ। ਸਾਹਮਣੇ ਪਦਾਰਥ ਪਿਆ, ਦੂਰੀ ਸਿਰਫ ਚੰਦ ਕਦਮਾਂ ਦੀ ਹੈ, ਪਲਾਂ ਦੀ ਵੀ ਨਹੀਂ, ਚੰਦ ਕਦਮਾਂ ਦੀ। ਜੇ ਇਉਂ ਕਹਿ ਲਈਏ ਵੀ ਦੂਰੀ ਤੇ ਸਿਰਫ ਅੱਖ ਝਪਕਣ ਜਿੰਨੇ ਸਮੇਂ ਦੀ ਹੈ ਤੇ ਕੋਈ ਅਤ ਕਥਨੀ ਨਹੀਂ। ਸਮਾਂ ਤੇ ਇੰਨਾ ਕੀ ਲੱਗਣਾ ਨਾ, ਜੇ ਕਿਤੇ ਰਸ ਮਾਨਣ ਦੀ ਜਾਚ ਆ ਜਾਏ ਤੇ ਅੱਖ ਚਮਕਣ ਜਿੰਨਾ ਸਮਾਂ ਬਸ। ਤੇ ਇੰਨੀ ਕੁ ਦੂਰੀ ਉੱਤੇ ਪਿਆ ਹੋਇਆ ਰਸ ਵੀ ਬੰਦਾ ਨਾ ਚੱਖੇ, ਏਦੂ ਵੱਡਾ ਬਦਕਿਸਮਤ ਕੌਣ ਹੋ ਸਕਦਾ ਹੈ। ਕਿਤੇ ਕਰੋੜਾਂ ਦੀ ਦੂਰੀ ਹੋਵੇ, ਮੀਲਾਂ ਦੀ ਦੂਰੀ ਹੋਵੇ ਤੇ ਬੰਦਾ ਆਖੇ ਜੀ ਮੇਰੀ ਪਹੁੰਚ ਨਹੀਂ ਹੋਈ। ਅੱਖਾਂ ਦੇ ਸਾਹਮਣੇ ਰਸ ਪਿਆ ਔਰ ਸਿਰਫ ਅੱਖ ਝਮਕਣ ਜਿੰਨਾ ਸਮਾਂ ਲੱਗਣਾ, ਉਹਨੂੰ ਚੁੱਕ ਕੇ ਚੱਖਣਾ ਤੇ ਬੰਦਾ ਫਿਰ ਵੀ ਵਾਂਝਾ ਰਹਿ ਜਾਏ, ਏਦੂ ਵੱਧ ਕੇ ਬਦਕਿਸਮਤ ਕੌਣ ਹੋ ਸਕਦਾ। ਸਤਿਗੁਰੂ ਕਹਿੰਦੇ ਸੱਜਣਾ ਜਿਸ ਪਾਸੇ ਮਰਜ਼ੀ ਚਲਾ ਜਾ, ਇਹ ਤੈਨੂੰ ਵਣ ਵਿੱਚ ਵੀ ਮਿਲੇਗਾ, ਤੈਨੂੰ ਤਿਣ ਵਿੱਚ ਵੀ ਮਿਲੇਗਾ, ਤੈਨੂੰ ਦੁਨੀਆ ਦੇ ਹਰ ਸ੍ਰਿਸ਼ਟੀ ਦੇ ਹਰ ਕੋਨੇ ਵਿੱਚ ਰਸ ਮਿਲੇਗਾ। ਪਰ ਤੇਰੇ ਭਾਗ ਹੋਣੇ ਚਾਹੀਦੇ ਨੇ ਕਿ ਤੂੰ ਚੱਖ ਸਕਦਾ ਹੋਵੇਂ। ਜੇ ਭਾਗ ਨਾ ਹੋਏ ਤੇ ਸਾਰੀਆਂ ਥਾਵਾਂ ਤੇ ਹੁੰਦਿਆਂ ਵੀ ਤੂੰ ਵਾਂਝਿਆ ਰਹਿ ਜਾਣਾ, ਤੈਨੂੰ ਨਹੀਂ ਉਹ ਮਿਲਣਾ ਰਸ। ਤੂੰ ਲਾਲਾ ਜਿੰਨਾ ਕੁ ਤੇਰੇ ਕੋਲੋਂ ਜ਼ੋਰ ਤੇ ਬਲ ਲੱਗਦਾ। ਫਿਰ ਸਵਾਲ ਇਹ ਖੜਾ ਹੈ ਵੀ ਮਾਲਕ ਜੀ, ਇੰਨਾ ਤੇ ਮੈਨੂੰ ਪਤਾ ਲੱਗ ਗਿਆ ਵੀ ਵਣ ਵਿੱਚ ਵੀ ਹੈ, ਤਿਣ ਵਿੱਚ ਵੀ ਹੈ, ਮੈਂ ਹੁਣ ਕਿਵੇਂ ਇਹ ਜਾਣਾ ਵੀ ਮੇਰੇ ਭਾਗ ਚੰਗੇ ਹਨ ਕਿ ਨਹੀਂ। ਹੋ ਸਕਦਾ ਮੈਂ ਮੰਦੇ ਭਾਗਾਂ ਵਾਲਾ ਹੀ ਹੋਵਾਂ, ਹੋ ਸਕਦਾ ਮੇਰੇ ਭਾਗ ਮੰਦੇ ਹੋਣ ਤੇ ਮੈਨੂੰ ਦੱਸੋ ਫਿਰ ਰਸ ਤੇ ਮੈਂ ਚੱਖਣਾ ਹੈ, ਭਾਗ ਚੰਗੇ ਕਿਵੇਂ ਬਣਨ। ਮੈਂ ਇਹ ਰਸ ਚੱਖਣਾ ਤੇ ਮੈਨੂੰ ਦੱਸੋ ਹੁਣ ਮੇਰੇ ਭਾਗ ਚੰਗੇ ਕਿਵੇਂ ਬਣਨ। ਫਿਰ ਸਤਿਗੁਰੂ ਅਗਲੀ ਪੰਕਤੀ ਚ ਦੱਸਦੇ, ਮਾਲਕ ਜੀ ਕਹਿੰਦੇ ਰਸ ਚੱਖਣ ਦੀ ਲਾਲਸਾ ਤੇ ਤੇਰੇ ਕੋਲ ਹੈ, ਤੇ ਜੇ ਤੂੰ ਚਾਹੁੰਨੇ ਵੀ ਸੱਚੀ ਚੱਖੇ ਫਿਰ ਇੱਕ ਖਿਆਲ ਰੱਖ, ਬਿਨ ਸਤਿਗੁਰ ਪੱਲੇ ਨਾ ਪਵੈ, ਮਨ ਮੁਖ ਰਹੇ ਬਿਲ ਲਾਏ। ਇਹਨੂੰ ਅੱਜ ਤੱਕ ਮਨ ਪਿੱਛੇ ਲੱਗ ਕੇ ਚੱਲਣ ਵਾਲਾ ਕੋਈ ਵੀ ਚੱਖ ਨਹੀਂ ਸਕਿਆ। ਜੇ ਤੂੰ ਚੱਖਣਾ ਚਾਹੁੰਦਾ ਤੇ ਗੁਰੂ ਰਜ਼ਾ ਵਿੱਚ ਚੱਲਣਾ ਪਏਗਾ, ਇਦੋਂ ਬਿਨਾ ਨਹੀਂ ਉਹ ਮਿਲਣਾ। ਤੇ ਜਿੰਨਾ ਚਿਰ ਤੂੰ ਗੁਰੂ ਰਜ਼ਾ ਵਿੱਚ ਆ ਨਹੀਂ ਹੋ ਜਾਂਦਾ, ਚੇਤਾ ਰੱਖੀ ਓਨਾ ਚਿਰ ਬਦਕਿਸਮਤ ਹੀ ਹੈ, ਓਨਾ ਚਿਰ ਤੂੰ ਭਾਗਾਂ ਵਾਲਾ ਨਹੀਂ, ਓਨਾ ਚਿਰ ਗੁਰਮੁਖ ਨਹੀਂ। ਤੇ ਜਿੰਨਾ ਚਿਰ ਗੁਰਮੁਖ ਨਹੀਂ ਓਨਾ ਚਿਰ ਰਸ ਨਹੀਂ, ਤੇ ਜਿੰਨਾ ਚਿਰ ਰਸ ਨਹੀਂ ਓਨਾ ਚਿਰ ਬਦਕਿਸਮਤ। ਭਾਗਾਂ ਵਾਲਾ ਤੇ ਉਦੋਂ ਹੀ ਬਣੇਗਾ ਨਾ ਜਿੱਦਣ ਰਸ ਚੱਖੇਗਾ। ਚੰਗੇ ਕਰਮਾਂ ਦਾ ਮਾਲਕ ਉਦਣ ਬਣੇਗਾ ਜਿੱਦਣ ਰਸ ਮਾਣੇਗਾ, ਤੇ ਰਸ ਉਦਣ ਮਾਣੇਗਾ ਜਿੱਦਣ ਮਨ ਨਾਲੋਂ ਟੁੱਟੇਗਾ, ਗੁਰੂ ਨਾਲ ਜੁੜੇਗਾ। ਜਿੱਦਣ ਗੁਰੂ ਨਾਲ ਜੁੜ ਜਾਏਗਾ ਸੱਜਣਾ, ਉਦਣ ਪੱਲੇ ਪਵੇ, ਉਦਣ ਇਹ ਰਸ ਤੇਰੇ ਪੱਲੇ ਪੈ ਜਾਏਗਾ, ਮਤਲਬ ਤੈਨੂੰ ਮਿਲ ਜਾਏਗਾ। ਤੇ ਖਿਆਲ ਰੱਖੀ, ਮਨ ਪਿੱਛੇ ਲੱਗ ਕੇ ਚੱਲਣ ਵਾਲੇ ਅੱਜ ਵੀ ਵਿਲਕਦੇ ਹੀ ਆਉਂਦੇ ਨੇ, ਨਹੀਂ ਮਿਲਿਆ ਉਹਨਾਂ ਨੂੰ ਵੀ ਬੜਾ ਤੜਫੇ। ਫਿਰ ਓਏ ਸਤਿਗੁਰ ਆਗੇ ਨਾ ਨਿਵੈ, ਉਹ ਗੁਰੂ ਅੱਗੇ ਨਿਵਦੇ ਨਹੀਂ। ਤੂੰ ਪੱਲੇ ਨਾਲ ਪਾਉਣਾ ਚਾਹੁੰਦਾ ਹੈ ਨਾ, ਤੂੰ ਚਾਹੁੰਦਾ ਵੀ ਤੇਰੇ ਪੱਲੇ ਪਵੇ, ਰੱਬ ਦਾ ਰਸ ਤੈਨੂੰ ਮਿਲੇ, ਤੇ ਮਾਲਕ ਕਹਿੰਦੇ ਫਿਰ ਗੁਰੂ ਵਾਲਾ ਬਣ, ਗੁਰੂ ਅੱਗੇ ਨਿਵਣਾ ਸਿੱਖ ਲਾ, ਕਿਉਂਕਿ ਮਨ ਮੁਖ ਗੁਰੂ ਅੱਗੇ ਨਿਵਦੇ ਨਹੀਂ। ਉਹ ਤੜਫ ਰਹੇ ਨੇ, ਉਹ ਬਿਲ ਲਾ ਰਹੇ ਨੇ, ਉਹ ਤੜਫਣੇ ਵਿੱਚ ਨੇ
ਉਹਨਾਂ ਦਾ ਤੜਫਣਾ ਵਿੱਚ ਰਹਿਣ ਦਾ ਕਾਰਨ ਕੀ ਹੈ? ਓਏ ਸਤਿਗੁਰ ਆਗੇ ਨਾ ਨਿਵੈ, ਉਹ ਨਿਵੇ ਹੀ ਨਹੀਂ ਗੁਰੂ ਅੱਗੇ। ਉਹਨਾਂ ਅੰਤਰ ਕ੍ਰੋਧ ਬਲਾਏ, ਉਹ ਤੇ ਅੰਦਰ ਕ੍ਰੋਧ ਦਾ ਬੜਾ ਵੱਡਾ ਭਿਆਨਕ ਰੂਪ ਚੁੱਕੀ ਫਿਰਦੇ ਨੇ। ਉਹ ਤੇ ਕ੍ਰੋਧ ਦੀ ਬਲਾ ਲਈ ਫਿਰਦੇ ਨੇ ਅੰਦਰ। ਉਹ ਤੇ ਬਲਾ ਲਫ਼ਜ਼ ਤੋਂ ਬਲਾਏ ਬਣਿਆ, ਆਪਾਂ ਆਮ ਲਫ਼ਜ਼ ਵਰਤ ਲੈਨੇ ਵੀ ਇਹ ਕਿਹੜੀ ਬਲਾ ਤੁਰੀ ਆਉਂਦੀ ਹੁਣ, ਮਤਲਬ ਬੜੀ ਵੱਡੀ ਮੁਸ਼ਕਲ ਦਾ ਆ ਜਾਣਾ। ਤੇ ਸਾਹਿਬ ਕਹਿੰਦੇ ਮਨ ਪਿੱਛੇ ਲੱਗ ਕੇ ਚੱਲਣ ਵਾਲੇ ਅੰਦਰ ਤੇ ਕ੍ਰੋਧ ਦੀ ਬੜੀ ਵੱਡੀ ਬਲਾ ਚੁੱਕੀ ਫਿਰਦੇ ਨੇ। ਤੇ ਉਹ ਜਿਹੜੀ ਕ੍ਰੋਧ ਦੀ ਬਲਾ ਨਾ, ਉਹ ਗੁਰੂ ਅੱਗੇ ਨਿਵਣ ਕਿੱਥੇ ਦਿੰਦੀ? ਕ੍ਰੋਧ ਵਿੱਚ ਆਇਆ ਬੰਦਾ ਨਿਵਦਾ ਕਿਸੇ ਅੱਗੇ? ਜਿੰਨਾ ਮਰਜੀ ਗਲਤ ਕਿਉਂ ਨਾ ਹੋਵੇ, ਪਰ ਜੇ ਕ੍ਰੋਧ ਵਿੱਚ ਆਇਆ ਤੇ ਕਦੇ ਨਿਵੇਗਾ ਨਹੀਂ। ਉੱਥੇ ਤੇ ਕ੍ਰੋਧ ਦੇ ਨਾਲ ਫਿਰ ਹਉਮੈ ਵੀ ਵਧਣ ਲੱਗ ਜਾਂਦੀ। ਮੈਂ ਕਿਉਂ ਨਿਵਾਂ? ਆਪੇ ਨਿਵੇਗਾ, ਮੈਂ ਨਹੀਂ ਨਿਵਦਾ। ਗੁਰੂ ਅੱਗੇ ਆ ਕੇ ਮੈਂ ਕਿਉਂ ਨਿਵਾਂ ਨਹੀਂ, ਗੁਰੂ ਅੱਗੇ ਆ ਕੇ ਤੇ ਬਸ ਇਹ ਹੈ, ਸਤਿਗੁਰੂ ਕਦੋਂ ਨਿਵਾਂ ਇਹ ਦੱਸ। ਮਾਲਕਾ ਅੱਜ ਹੀ ਤੇਰੇ ਚਰਨਾਂ ਤੇ ਝੁਕ ਜਾਵਾਂ। ਇੱਥੇ ਆ ਕੇ ਤੇ ਕ੍ਰੋਧ ਦੀ ਬਲਾ ਛੱਡਣੀ ਪਏਗੀ, ਅਹੰਕਾਰ ਦਾ ਰੋਗ ਕੱਢਣਾ ਪਏਗਾ। ਜਦੋਂ ਕ੍ਰੋਧ ਦੀ ਬਲਾ ਤੇ ਹੰਕਾਰ ਦਾ ਰੋਗ ਕੱਢਾਂਗੇ, ਫਿਰ ਕਿਤੇ ਜਾ ਕੇ ਆ ਰਸ ਚੱਖਾਂਗੇ ਤੇ ਮਾਣਾਂਗੇ, ਜਿਹੜਾ ਵਣ ਤਿੰਨ ਸ਼ਬਦ ਹੈ। ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਇੱਕ ਜ਼ਿਕਰ ਕਰਦੇ ਨਾ, ਪੋਹਪ ਮਧ ਜਿਉ ਬਾਸ ਬਸਤ ਹੈ, ਮੁਕਰ ਮਾਹੀ ਜੈਸੇ ਛਾਈ, ਤੈਸੇ ਹੀ ਹਰ ਬਸੈ ਨਿਰੰਤਰ, ਘਟ ਹੀ ਖੋਜੋ ਭਾਈ। ਬਾਹਰ ਲੱਭਣ ਦੀ ਲੋੜ ਨਹੀਂ, ਤੂੰ ਵਣ ਤੇ ਤਿਣ ਦੀ ਬਾਤ ਵੀ ਛੱਡ, ਤੇਰੇ ਅੰਦਰ ਰਸ ਪਿਆ ਹੈ, ਬਸ ਤੇਰੇ ਚੱਖਣ ਵਿੱਚ ਦੇਰੀ ਹੈ, ਤੈਨੂੰ ਅਜੇ ਤੱਕ ਵੇਖਣਾ ਹੀ ਨਹੀਂ ਆਇਆ। ਸਤਿਗੁਰੂ ਆਖਦੇ ਨਾ, ਅੰਤਰ ਖੁਆਟਾ ਅੰਮ੍ਰਿਤ ਭਰਿਆ, ਸ਼ਬਦੇ ਕਾਢ ਪੀਏ ਪਨਹਾਰੀ। ਹੁਣ ਜਿਹਦੇ ਕੋਲ ਅੰਦਰ ਹੀ ਖੂਹ ਭਰਿਆ ਪਿਆ ਹੋਵੇ ਅੰਮ੍ਰਿਤ ਦਾ, ਤੇ ਉਹ ਬਾਹਰ ਜਾ ਕੇ ਕੁਰਲਾਉਂਦਾ ਫਿਰੇ, ਤੜਫਦਾ ਤੇ ਵਿਲਕਦਾ ਫਿਰੇ, ਬਾਹਰੋਂ ਅੰਮ੍ਰਿਤ ਲੱਭਦਾ ਫਿਰੇ, ਉਸ ਮਨੁੱਖ ਨਾਲੋਂ ਵੱਧ ਕੇ ਬਦਕਿਸਮਤ ਕਿਹਨੂੰ ਆਖਾਂਗੇ? ਘਰ ਵਿੱਚ ਖੂਹ ਭਰਿਆ ਪਿਆ ਤੇ ਲੱਭੀ ਫੇਰ ਬਾਹਰ ਜਾਂਦਾ ਹੈ। ਆ ਵਣ ਤਿੰਨ ਸ਼ਬਦ ਹੈ ਦਾ ਮਤਲਬ ਕੀ ਹੈ? ਵਣ ਤੇ ਤਿੰਨ ਵਿੱਚ ਮਤਲਬ ਸਾਰੀ ਸ੍ਰਿਸ਼ਟੀ, ਸਾਰੀ ਸ੍ਰਿਸ਼ਟੀ ਦਾ ਅੰਗ ਤੇ ਆਪਾਂ ਵੀ ਆ, ਅੰਦਰ ਤੇ ਸਾਡੇ ਵੀ ਹੈ। ਬਸ ਬਾਤ ਇਹ ਹੈ ਵੀ ਸਾਨੂੰ ਅਜੇ ਸ਼ਬਦ ਦਾ ਸਹਾਰਾ ਲੈ ਕੇ ਕੱਢਣਾ ਆਇਆ ਨਹੀਂ। ਉਹ ਸ਼ਬਦ ਦਾ ਆਸਰਾ ਲੈ ਕੇ ਸਾਨੂੰ ਅਜੇ ਤੱਕ ਚੱਖਣਾ ਆਇਆ ਨਹੀਂ। ਜੇ ਕਿਤੇ ਚੱਖਣਾ ਆ ਜਾਂਦਾ ਨਾ ਤੇ ਰਸ ਅਸੀਂ ਵੀ ਗੁਰੂ ਕੀ ਰਜ਼ਾ ਵਿੱਚ ਰਹਿ ਕੇ ਜ਼ਰੂਰ ਮਾਣਦੇ। ਫਿਰ ਸਾਹਿਬ ਜੀ ਆਖਦੇ ਉਹਨਾਂ ਦਾ ਨਾਂ ਨਿਵਣ ਦਾ ਕਾਰਨ ਹੈ, ਉਹਨਾਂ ਕੋਲ ਕ੍ਰੋਧ ਦੀ ਬਲਾ ਬੜੀ ਵੱਡੀ ਹੈ, ਜਿਹੜੀ ਉਹਨਾਂ ਨੂੰ ਆਪਣੇ ਅੰਦਰ ਝਾਤ ਮਾਰਨ ਨਹੀਂ ਦਿੰਦੀ। ਹਰ 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 ਰਸ ਆਪ ਹੈ, ਆਪੇ ਹਰ ਰਸ ਹੋਏ, ਆਪ ਦਇਆ ਕਰ ਦੇਵਸੀ, ਗੁਰਮੁਖ ਅੰਮ੍ਰਿਤ ਚੋਏ, ਸਭ ਤਨ ਮਨ ਹਰਿਆ ਹੋਇਆ, ਨਾਨਕ ਹਰ ਵਸਿਆ ਮਨ ਸੋਏ। ਅਖੀਰੀ ਪਦੇ ਵਿੱਚ ਆ ਕੇ ਸਾਹਿਬ ਫਿਰ ਆਖਦੇ, ਹਰ 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 ਰਸ ਆਪ ਹੈ, ਉਹ ਆਪੇ ਹੀ ਆਪੇ ਹੈ, ਆਪੇ ਹਰ ਰਸ ਹੋਏ, ਆਪ ਹੀ ਹਰੀ ਰਸ ਬਣ ਕੇ ਵੀ ਬੈਠਾ, ਆਪ ਹੀ ਹਰੀ ਪ੍ਰਮਾਤਮਾ ਰਸ ਵੀ ਹੈ, ਸਵਾਦ ਵੀ ਹੈ, ਹਰੀ ਦਾ ਨਾਮ ਵੀ, ਮਤਲਬ ਜੋ ਕੁਝ ਹੈ ਉਹ ਸਭ ਕੁਝ ਆਪੇ ਹੀ ਆਪੇ ਹੈ। ਫਿਰ ਆਖਿਆ ਮਿਲੇ ਕਿਵੇਂ ਹੁਣ? ਫਿਰ ਜੇ ਆਪ ਹੀ ਆਪ ਹੈ ਤੇ
ਆਪ ਦਇਆ ਕਰ ਦੇਵ ਸੀ। ਜੇ ਉਹ ਆਪ ਹੀ ਆਪ ਹੈ ਨਾ ਤੇ ਦਿੰਦਾ ਵੀ ਆਪੇ ਹੀ ਹੈ, ਦਇਆ ਕਰਕੇ ਆਪੇ ਹੀ ਬਖਸ਼ਿਸ਼ ਕਰਦਾ। ਗੁਰਮੁਖ ਅੰਮ੍ਰਿਤ ਚੋਏ, ਬਸ ਜਿਨ੍ਹਾਂ ਦਾ ਮੁਖ ਗੁਰੂ ਵੱਲ ਹੋ ਗਿਆ ਨਾ, ਉਹਨਾਂ ਦੇ ਅੰਦਰ ਉਹ ਅੰਮ੍ਰਿਤ ਮਿਲਣ ਲੱਗ ਪਿਆ ਉਹਨਾਂ ਨੂੰ, ਜਿਹਨੂੰ ਅਜੇ ਤੱਕ ਬਾਹਰੋਂ ਹੀ ਲੱਭਦੇ ਰਹਿ ਗਏ। ਗੁਰਮੁਖ ਅੰਮ੍ਰਿਤ ਚੋਏ, ਚੋਏ ਦਾ ਮਤਲਬ ਚੋਣਾ, ਉਹੀ ਰਸ ਜਿਹਨੂੰ ਕਦੇ ਕਹਿੰਦੇ ਨਾ ਗੁੜ ਕਰ ਗਿਆਨ ਧਿਆਨ ਕਰ ਧਾਵੈ ਕਰ ਕਰਨੀ ਕਛ ਪਾਈਐ, ਭਾਠੀ ਭਵਨ ਪ੍ਰੇਮ ਕਾ ਪੋਚਾ, ਇਤ ਰਸ ਅਮਿਓ ਚੁਆਈਐ, ਬਾਬਾ ਮਨ ਮਤ ਵਾਰੋ ਨਾਮ ਰਸ ਪੀਵੈ। ਬਸ ਉਹ ਅੰਮ੍ਰਿਤ ਦੀਆਂ ਬੂੰਦਾਂ ਚੋਣ ਲੱਗੀਆਂ, ਪਰ ਕਦੋਂ? ਜਦੋਂ ਗੁਰੂ ਵਾਲੇ ਬਣ ਗਏ। ਫਿਰ ਜਦੋਂ ਉਹ ਅੰਮ੍ਰਿਤ ਦੀਆਂ ਬੂੰਦਾਂ ਮਿਲੀਆਂ ਨਾ, ਜਿਹੜਾ ਮਨ ਤਨ ਸੁੱਕਿਆ ਤੇ ਸੜਿਆ ਪਿਆ ਸੀ ਨਾ, ਬਸ ਇੱਕ ਇੱਕ ਬੂੰਦ ਹੀ ਹਰਿਆ ਕਰਦੀ ਗਈ। ਜਿੱਥੇ ਉਹ ਬੂੰਦ ਡਿੱਗਦੀ ਗਈ ਉੱਥੇ ਹੀ ਹਰਿਆਵਲ ਹੁੰਦੀ ਗਈ। ਜਿੱਥੇ ਉਹ ਬੂੰਦ ਚੋਂਦੀ ਗਈ, ਟਪਕਦੀ ਰਹੀ, ਉਸੇ ਥਾਂ ਉੱਤੇ ਹਰਿਆਵਲ ਤੇ ਹਰਿਆ ਭਰਿਆ ਜੀਵਨ ਬਣਦਾ ਗਿਆ। ਸਾਹਿਬ ਆਖਦੇ ਸਭ ਤਨ ਮਨ ਹਰਿਆ ਹੋਇਆ, ਨਾਨਕ ਹਰ ਵਸਿਆ ਮਨ ਸੋਏ। ਸਾਰਾ ਤਨ ਮਨ ਹਰਿਆ ਭਰਿਆ ਹੋ ਗਿਆ। ਜਿੱਦਣ ਦਾ ਉਹ ਅੰਮ੍ਰਿਤ ਚੋਣ ਲੱਗਾ, ਉਹਨੂੰ ਚਖਣ ਲੱਗੇ, ਉਸ ਦਿਨ ਤੋਂ ਨਾਨਕ, ਹੇ ਨਾਨਕ ਜੀ ਆਖੋ, ਹਰ ਵਸਿਆ ਮਨ ਸੋਏ। ਉਹ ਹਰੀ ਪ੍ਰਮਾਤਮਾ ਜੀ ਆ ਕੇ ਸਾਡੇ ਮਨ ਵਿੱਚ ਵਸ ਗਏ ਤੇ ਅਸਾਂ ਨੇ ਉਹਦੇ ਰਸ ਨੂੰ ਮਾਨਣਾ ਸ਼ੁਰੂ ਕਰ ਲਿਆ। ਉਹਦੀ ਰਜ਼ਾ ਵਿੱਚ ਰਹਿੰਦੇ ਆ, ਉਹਦੇ ਭੈ ਵਿੱਚ ਰਹਿੰਦੇ ਆ, ਉਹਦੇ ਭਾਣੇ ਵਿੱਚ ਚੱਲਦੇ ਆ, ਉਹਦੀ ਰਜ਼ਾ ਵਿੱਚ ਚੱਲਦੇ ਆ, ਉਹਦੇ ਸ਼ਬਦ ਰੂਪੀ ਰਤਨ ਨੂੰ ਮਾਣਦਿਆਂ ਹੋਇਆਂ ਹੁਕਮ ਅਨੁਸਾਰੀ ਚੱਲਦੇ ਆ, ਗੁਰਮੁਖ ਸਖੀਆਂ ਦੀ ਸੰਗਤ ਕਰਦੇ ਆ। ਉਸ ਪਰਮੇਸ਼ਵਰ ਦਾ ਮੇਲ ਹੋਇਆ ਤੇ ਉਹਦਾ ਨਾਮ ਰੂਪੀ ਅੰਮ੍ਰਿਤ ਅਸੀਂ ਚੱਖ ਲਿਆ, ਜੀਵਨ ਅੰਦਰ ਆਨੰਦ ਮਾਣਿਆ। ਸਤਿਗੁਰੂ ਜੀ ਕਿਤੇ ਰਹਿਮਤ ਕਰਨ, ਸਾਨੂੰ ਵੀ ਗੁਰਮੁਖੀਆਂ ਦੀ ਸੰਗਤ ਵਿੱਚ ਬੈਠਣ ਦੀ ਜਾਚ ਆ ਜਾਏ ਤੇ ਉਹਨਾਂ ਦੇ ਸੰਗ ਵਿੱਚ ਬੈਠ ਕੇ ਬਹਿੰਦਿਆਂ ਹੋਇਆਂ ਅਸੀਂ ਪ੍ਰਭੂ ਪਰਮਾਤਮਾ ਜੀ ਦੇ ਰਸ ਨੂੰ ਚੱਖ ਸਕੀਏ, ਮਾਣ ਸਕੀਏ ਤੇ ਸਾਹਿਬ ਅੱਗੇ ਆਖੀਏ, ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ, ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ। गुर को बल बल जाइए, ऐसे गुर को बल बल जाइए, गुर को बल बल जाइए, ऐसे गुर को बल बल जाइए। आप मुकत मोहे तारै, आप मुकत मोहे तारै, आप मुकत मोहे तारै, आप मुकत मोहे तारै। गुर को बल बल जाइए, ऐसे गुर को बल बल जाइए,
गुर को बल बल जाइए, ऐसे गुर को बल बल जाइए। सतगुरु पातशाह किरपा करन, ਸਾਡੇ ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ ਤੇ ਪ੍ਰਵਾਨ ਕਰ ਲੈਣ। ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣ, ਤਾਂ ਜੋ ਸਾਡੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰੂ ਜੀ ਦੇ ਪਾਵਨ ਬਚਨ ਹਿਰਦਿਆਂ ਵਿੱਚ ਵਸਾ ਲਈਏ। ਹਰ 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 ਰਸ ਆਪ ਹੈ, ਆਪੇ ਹਰ ਰਸ ਹੋਏ।